सारे मतलब माफिया बने हुए इत्थे जिस तरह सिस्टम चलता है पूरा वो की है कि कब्जा करने मैनू लग रहा बंदा कब्जा करने ਨੂੰ ਤਿਆਰ ਸੀ प्रॉपर्टी ਦੇ ਉੱਤੇ ਵੱਧ ਥੋੜੀਆਂ ਤਰੇੜਾਂ ਆਈਆਂ ਪਰ ਸਾਡਾ ਤੇ ਬਿਲਕੁਲ ਅੰਦਰ ਜਿਹੜਾ ਸਟੋਰ ਹੈ ਉਹਦੇ ਨੀਚੇ ਦਾ ਬਿਲਕੁਲ ਬੇਸ ਹੀ ਥੱਲੇ ਚਲਾ ਗਿਆ। ਕਾਉਂਸਲਰ ਸਾਡੀ ਗਲੀ ਦਾ ਕਹਿੰਦੇ ਮੈਂ ਪ੍ਰਾਈਵੇਟ ਬੰਦੇ ਲਿਆਇਆ ਪੈਸੇ ਤੇ ਬੇਟਾ ਤੁਹਾਨੂੰ ਦੇਣੇ ਹੀ ਪੈਣੇ ਆ। मैं क्या सर जे बाई चांस एक तो सारा कुछ गया जे जेब विच साडे गली का कौंसलर 500,000 उन्हें दे भी देगा तो की होएगा। ਅੱਜ ਤੁਹਾਨੂੰ ਦਿਲ ਦਹਿਲਾਣ ਵਾਲਾ ਉਹ ਮੰਜ਼ਰ ਵਿਖਾ ਰਹੇ ਹਾਂ ਜਦੋਂ ਕਦੇ ਭੂਚਾਲ ਆਂਦਾ ਤਾਂ ਸਾਰੀ ਧਰਤੀ ਹਿਲ ਜਾਂਦੀ ਹੈ ਔਰ ਧਰਤੀ ਜਿਹੜੀ ਥਰ-ਥਰ ਕੰਬਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਦਿਖਾਣਾ ਚਾਹਾਂਗਾ ਦੀਵਾਰਾਂ ਦੀ ਹਾਲਤ ਕੀ ਹੈ। ਦੀਵਾਰਾਂ ਜਿਹੜੀ ਕਿ ਝੂਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਵਾ ਵਿੱਚ। कोई भूचाल नहीं इत्थे आया, कोई जलजला नहीं आया। एक बिल्डिंग जी है कि इन्नी कुछ खुदाई की गई सी तो उस नाल लगते लगते जिन्नी भी बिल्डिंग सी जिन्ने भी मकान सी अद्धे अद्धे जमींदोज हो गए। तस्वीरें तुसीं देख सकते हो उस बिल्डिंग दी तस्वीरें जिहड़ियां कि अंदर तक खोदी गई सी तां जिहड़े नाल रेलवे लिंक रोड ते खड़े हैं उत्थे मकान लगते सीगे वो भी जिहड़े ने बिल्कुल धस गए ने और लगातार जिहड़े ये लोग ने शरणार्थियां भरी जिंदगी जीण नूं मजबूर ने क्योंकि अपने घर विच ये बच्चे लैके सौ नहीं सकते क्योंकि मौत का साया लगातार इन्हें सिर ते मंडरा रहा। तो गलबात भी करांगे भी आफ्टरऑल की होया। भैन जी कोई भूचाल आया सीगा इत्थे? नहीं भूचाल तो नहीं आया सी। नहीं सर। ये हाल किस तरह हो गया जिहड़े तुहाडे मकान अद्धे अद्धे डिगे पे ने या कंधां झूल रही ने हवा च? ये पिछे कंस्ट्रक्शन चल रही सी ਉਹਦੇ ਕਰਕੇ ਨਾਲ ਦੀ ਸਾਡੇ ਪਿੱਛੇ ਗ੍ਰੈਂਡ ਹੋਟਲ ਦੀ ਬਿਲਡਿੰਗ ਹੈ ਉਹ ਗਿਰਦੀ ਹੈ ਪਿੱਛੇ ਇੱਕ ਗ੍ਰੈਂਡ ਹੋਟਲ ਦੀ ਬਿਲਡਿੰਗ ਹੈ ਉਹ ਗਿਰਦੀ ਹੈ ਉਹਦੇ ਨਾਲ ਇਹ ਸਾਰਾ ਡੈਮੇਜ ਹੋਇਆ ਸਾਡਾ। ਤੁਹਾਡੇ ਮਕਾਨ ਜਿਹੜੇ ਆ ਬਣਿਆ ਨੂੰ ਕਿੰਨੇ ਸਾਲ ਹੋ ਗਏ ਨੇ? सर राउंड अबाउट 40 ईयर्स। ਤੁਸੀਂ ਇੱਥੇ ਰਹਿ ਰਹੇ ਹੋ? हाँ मैं तो 8 साल होए विआह के आई हाँ मेरी मदर उस तो पहला दे रह रहे ने 50 साल हो गए सर ਤੁਹਾਡੇ ਮਕਾਨ ਨੂੰ ਬਣੇ। ਇਹਨਾਂ ਕੀ ਹੋ ਗਿਆ ਜਿਹੜਾ ਕਿ ਜ਼ਲਜ਼ਲਾ ਹੀ ਆ ਗਿਆ 7-8 ਮਕਾਨ ਜਿਹੜੇ ਯਕਦਮ ਹੀ ਸਾਰੇ ਥੱਲੇ ਡਿੱਗ ਪਏ ਨੇ? सर पिछले 2-2.5 साल तो पीछे एक कंस्ट्रक्शन चल रही सी ਜਿਹੜੀ कह लो कि ਅੱਜ ਸਾਨੂੰ ਪਤਾ ਲੱਗਾ 60 ਫੁੱਟ ਗਹਿਰਾਈ ਹੋ ਗਈ ਹੈ ਜਿਹਨੂੰ ਛੱਡਣ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਕਹਿੰਦੇ ਨੇ ਕਿ ਕੰਸਟਰਕਸ਼ਨ ਅਗਰ ਕਰਨੀ ਹੋਵੇ ਨਾ ਹੋਟਲ ਦੀ ਦੇ ਵਿੱਚ 20 ਫੁੱਟ ਦੀ ਸਪੇਸ ਚਾਹੀਦੀ ਹੈ ਜਿਹੜੀ ਸਪੇਸ ਉਹਨੇ ਛੱਡੀ ਹੀ ਨਹੀਂ। ਸਾਡੀਆਂ ਨੀਹਾਂ ਖੋਦ ਕੇ ਉਹ ਗਹਿਰਾਈ ਕਰਦੇ ਰਹੇ ਨੇ ਜਿਹਦਾ ਅੱਜ ਨਤੀਜਾ ਸਾਡੇ ਸਾਹਮਣੇ ਹੈ। कह रहे हो 2 साल तो खुदाई हो रही है क्या तुसी इस बारे बिल्डर नाल गल कीती होवे या प्रशासन नाल गल कीती? ਬਿਲਕੁਲ ਹੋਈ ਸਾਰੀ ਇਹਦੀ ਕੰਪਲੇਂਟ ਵੀ ਹੋਈ ਹੈ। ਇੱਕ ਵਾਰੀ ਉਹਨਾਂ ਨੇ ਬੰਦਾ ਵੀ ਭੇਜਿਆ ਸੀ। ਤੁਸੀਂ ਇਹ ਜਿਹੜੇ ਪਲਾਸਟਰ ਦੀ ਦੇਖ ਰਹੇ ਹੋ ਇਹ ਉਹਨਾਂ ਨੇ ਸਾਰਾ ਕੁਝ ਕੀਤਾ ਸੀਗਾ। ਕੰਪਲੇਂਟ ਦੀ ਕਾਪੀ ਤੜਕੋ ਹੋਏ ਜਾਂ ਜਿਹੜੀ ਕੰਪਲੇਂਟ ਤੁਸੀਂ ਕੀਤੀ ਸਰਕਾਰੀ ਉਹਦੀ ਕਾਪੀ ਉਹ ਅਸੀਂ ਦੇਤੀ ਹੋਈ ਹੈ ਉਹ ਸਿਮਰਨ ਸਰਪਾਜੀ ਕੋਲ ਲੱਗੀ ਹੈ ਸਾਰਾ ਕੁਝ ਉਹੀ ਦੇਖਦੇ ਨੇ। ਤੇ ਜਦੋਂ ਤੁਸੀਂ ਰਾਤ ਹੁੰਦੀ ਹੈ ਤਾਂ ਅੰਦਰ ਸੌਂਦੇ ਹੋ ਜਾਂ ਬਾਹਰ ਸੌਂਦੇ ਹੋ? ਸਰ ਕੁਝ ਪਰਸਨ ਬਾਹਰ ਸੋ ਰਹੇ ਨੇ ਕੁਝ ਅਸੀਂ ਅੰਦਰ ਸੋ ਰਹੇ ਕਿਉਂਕਿ ਮੇਰੇ ਘਰ ਇੱਕ 6 ਸਾਲ ਦਾ ਬੇਟਾ ਇੱਕ ਮਹੀਨੇ ਦਾ ਬੱਚਾ ਹੈ। ਠੀਕ ਹੈ ਅਸੀਂ ਹਰ ਟਾਈਮ ਤਾਂ ਦਿਨੇ ਤਾਂ ਅਸੀਂ ਸਾਰਾ ਦਿਨ ਅਸੀਂ ਬਾਹਰ ਹੀ ਰਹਿੰਦੇ ਹਾਂ ਕਿਉਂਕਿ ਸਾਨੂੰ ਇੰਨਾ ਕੁ ਡਰ ਲੱਗਦਾ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਪਰ ਅਸੀਂ ਰਾਤ ਨੂੰ ਬੱਚਿਆਂ ਨੂੰ ਨਹੀਂ ਬਾਹਰ ਸਵਾ ਸਕਦੇ। ਹਰ ਤਰ੍ਹਾਂ ਦਾ ਮੱਛਰ ਮੱਖੀ ਬਹੁਤ ਤਰ੍ਹਾਂ ਦਾ ਹੈਗਾ ਬਾਹਰ ਪਾਰਕ ਵੀ ਹੈਗਾ ਕਈ ਤਰ੍ਹਾਂ ਦੇ ਜੀਵ ਵੀ ਹੈਗੇ ਇਸ ਲਈ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਇੱਕ ਕੂਲਰ ਦੇ ਥੱਲੇ ਸਵਾ ਦੇਣੇ ਅੱਧੇ ਬੰਦੇ ਅਸੀਂ ਬਾਹਰ ਸੌਂਦੇ ਹਾਂ। 12 ਤਰੀਕ ਨੂੰ ਹੋਇਆ ਕੀ ਸੀਗਾ ਜਿਹਨੂੰ ਇਹ ਦੱਸ? ਅਸੀਂ ਤਾਂ ਮੈਂ ਔਰ ਮੇਰੇ ਹਸਬੈਂਡ ਅਸੀਂ ਲੁਧਿਆਣੇ ਰਹਿੰਦੇ ਹਾਂ ਮੇਰੀ ਮਦਰ ਔਰ ਮੇਰੀ ਸਿਸਟਰ ਔਰ ਉੱਪਰ ਇੱਕ ਛੋਟੀ ਸਿਸਟਰ ਸਰ ਇੱਥੇ ਮਤਲਬ ਕਮਰੇ ਸਾਹਮਣੇ ਸੁੱਤੀ ਹੋਈ ਸੀ ਤੇ ਬੇਟੀ ਮੇਰੀ ਰਸੋਈ 'ਚ ਚਾਹ ਬਣਾਉਣ ਗਈ ਹੈ ਮੈਂ ਤੇ ਬਾਥਰੂਮ ਵਾਸਤੇ ਉੱਠਣ ਲੱਗੀ ਹੈ ਜਾਂ ਦਰਵਾਜ਼ੇ ਤੱਕ ਹੀ ਆਈ ਹਾਂ ਦੇਖਿਆ ਇੱਕਦਮ ਧੜ ਦੀ ਆਵਾਜ਼ ਆਈ ਮੈਂ ਚਾਹੇ ਪੱਖੇ ਵੱਲ ਦੇਖਣ ਲੱਗੀ ਮੈਂ ਸ਼ਾਇਦ ਭੂਕੰਪ ਆ ਗਿਆ ਸਾਰੇ ਕਹਿੰਦੇ ਭੂਚਾਲ ਆ ਗਿਆ ਇੱਧਰ ਦੇਖਿਆ ਤੇ ਸਾਰੀ ਅੱਧੀ ਦੀਵਾਰ ਇੱਧਰ ਅੱਧੀ ਇੱਧਰ ਮੈਂ ਆਪਣਾ ਇਸ ਤਰ੍ਹਾਂ ਇੱਕਦਮ ਮੇਰੇ ਜਿਵੇਂ ਦਿਲ ਨੂੰ ਇੱਕਦਮ ਕੁਛ ਹੋਇਆ ਮੈਂ ਤੇ ਇੱਕਦਮ ਆਈ ਗਈ ਹੋ ਗਈ ਮੈਂ ਕਿਹਾ ਇਹ ਕੀ ਹੋ ਗਿਆ ਇੱਕਦਮ ਮੇਰੇ ਤੇ ਜਾਨ ਸਮਝ ਪਈ ਵੀ ਹੋਇਆ ਕੀ ਨਿਕਲਣ ਵਾਲੀ ਹੋ ਗਈ ਮੈਨੂੰ ਸਮਝ ਹੀ ਨਹੀਂ ਆਈ ਹੋਇਆ ਕਿ ਸਾਨੂੰ ਬਿਲਕੁਲ ਬੇਟੀ ਨੂੰ ਮੈਂ ਕਿਹਾ ਤੂੰ ਉੱਥੇ ਅੰਦਰ ਹੀ ਬਾਹਰ ਨਹੀਂ ਆਣਾ ਬਿਲਕੁਲ ਵੀ ਕੁਛ ਵੀ ਹੋ ਸਕਦਾ ਹੈ ਉਹ ਵਿਚਾਰੀ ਉੱਥੇ ਹੀ ਅੰਦਰ ਹੀ ਰਹੀ ਮੈਂ ਉੱਧਰ ਬੈਠੀ ਰਹੀ 9 ਵਜੇ ਕੇ ਅਸੀਂ ਚਾਹ ਨਹੀਂ ਪੀਤੀ ਸਾਡੇ ਸਾਰੇ ਮਹੱਲੇ ਦੇ ਵਾਰੀ ਦੇਖਣ ਆ ਗਏ ਉਹ ਕਹਿੰਦੇ ਭੂਚਾਲ ਆਇਆ ਨਾਲ ਦਿਆਂ ਦੇ ਘਰ ਵੀ ਇਸੇ ਤਾਂ ਹੀ ਪ੍ਰੋਬਲਮ ਹੋਈ ਉਹਨਾਂ ਦੀ ਵੀ ਇਸ ਤਰ੍ਹਾਂ ਨੀਚੇ ਜਿਹੜਾ ਬੈੱਡ ਮਕਾਨ ਜਾਂ ਕਿੰਨੇ ਕੁ ਲੋਕ ਜਿਹੜੇ ਨੇ ਇਫੈਕਟਡ ਹੋਏ ਨੇ ਜੋ ਇਹ ਹਾਲਾਤ ਬਣੇ ਹੋਏ? 7 ਮਕਾਨ ਨੇ ਸਾਰੇ ਇਸ ਤਰ੍ਹਾਂ ਦੇ ਸਾਡੇ 2 ਮਕਾਨ ਨੂੰ ਤੇ ਬਹੁਤ ਜ਼ਿਆਦਾ ਹੋਇਆ ਅੱਗੇ ਮਕਾਨਾਂ 'ਚ ਥੋੜੀਆਂ ਤਰੇੜਾਂ ਆਈਆਂ ਪਰ ਸਾਡਾ ਤੇ ਬਿਲਕੁਲ ਅੰਦਰ ਜਿਹੜਾ ਸਟੋਰ ਹੈ ਉਹਦੇ ਨੀਚੇ ਦਾ ਬਿਲਕੁਲ ਬੇਸ ਹੀ ਥੱਲੇ ਚਲਾ ਗਿਆ। ਅਲਮਾਰੀਆਂ 2 ਪਿਲਰ ਦੇ ਨਾਲ ਅੜੀਆਂ ਹੋਈਆਂ ਪਿਲਰ ਬਿਲਕੁਲ ਟੁੱਟਾ ਪਿਆ ਅਲਮਾਰੀਆਂ ਕਿਸੇ ਟਾਈਮ ਵਿੱਚ ਗਿਰ ਸਕਦੀਆਂ। ਵਿਜੇ ਪ੍ਰਤਾਪ ਸਿੰਘ ਸੀਗੇ ਆਏ ਸੀਗੇ ਇੱਥੇ ਐਮਐਲਏ ਨੇ ਉਹਨਾਂ ਨੂੰ ਤੁਸੀਂ ਕੀ ਫਰਿਆਦ ਕੀਤੀ? ਅਸੀਂ ਇਹੋ ਕਿਹਾ ਵੀ ਸਾਡਾ ਕੋਈ ਇਹ ਮਸਲਾ ਹੱਲ ਕਰੋ ਵੀ ਇਹ ਕਿਸ ਤਰ੍ਹਾਂ ਹੋਏਗਾ ਕੀ ਹੋਏਗਾ ਹਾਂ ਸਾਨੂੰ ਕਰਵਾ ਕੇ ਦੇਵੋ। ਮੇਨ ਹੈ ਜਿਹੜੀ ਦੀਵਾਰ ਹੈ ਪਹਿਲੇ ਕਿਸੇ ਤਰ੍ਹਾਂ ਗਿਰਾਓ ਸਾਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਅਸੀਂ ਸਾਰੀ ਰਾਤ ਸੌਂਦੇ ਨਹੀਂ ਆ ਟੁੱਟ ਕੇ ਦੇਖਦੇ ਰਹਿੰਦੇ ਕਿਤੇ ਦੀਵਾਰ ਤੇ ਨਹੀਂ ਗਿਰ ਗਈ ਦੀਵਾਰ ਤੇ ਨਹੀਂ ਗਿਰ ਗਈ ਉਧਰ ਹੀ ਸਾਡਾ ਧਿਆਨ ਰਹਿੰਦਾ ਅਸੀਂ ਸੋ ਨਹੀਂ ਪਾ ਰਹੇ। ਭਾਜੀ ਕੀ ਕਹੋਗੇ ਤੁਸੀਂ ਵੀ ਇੱਥੇ ਰਹਿੰਦੇ ਹੋ? ਹਾਂਜੀ ਸਰ ਐਕਚੁਅਲੀ ਸਰ ਕੀ ਹੈਗਾ ਕਿ ਜਦੋਂ ਦਾ ਕੰਸਟਰਕਸ਼ਨ ਹੋਈ ਆ ਉਹ ਇਲੀਗਲੀ ਮੇਰੇ ਹਿਸਾਬ ਨਾਲ ਕੰਮ ਕਰ ਰਿਹਾ ਬੰਦਾ
ਕਿਉਂਕਿ ਇੰਨੀ ਦੇਰ ਹੋ ਗਈ ਲੀਗਲ ਇੰਨੀ ਦੇਰ ਇੰਨੀ ਥੱਲੇ ਡੂੰਘਾਈ ਕਰਨਾ ਵੀ ਇੱਕ ਤੇ ਪ੍ਰਸ਼ਾਸਨ ਦੇ ਕਾਰਜਪ੍ਰਣਾਲੀ ਦੇ ਸਵਾਲ ਹੀ ਨਿਸ਼ਾਨ। ਹਾਂ ਸਾਰੇ ਉਹ ਕਹਿ ਤੇ ਰਹੇ ਸੀ ਜਿਸ ਤਰ੍ਹਾਂ ਸਾਰੇ ਮਤਲਬ ਮਾਫੀਆ ਬਣੇ ਹੋਏ ਇੱਥੇ, ਜਿਸ ਤਰ੍ਹਾਂ ਸਿਸਟਮ ਚੱਲਦਾ ਪਿਆ ਪੂਰਾ, ਉਹ ਕੀ ਹੈ ਕਿ ਕਬਜ਼ਾ ਕਰਨ ਨੂੰ ਮੈਨੂੰ ਲੱਗ ਰਿਹਾ ਬੰਦਾ ਕਬਜ਼ਾ ਕਰਨ ਨੂੰ ਤਿਆਰ ਸੀ ਪ੍ਰਾਪਰਟੀ ਦੇ ਉੱਤੋਂ। ਸਾਨੂੰ ਨਿਕਾਲ ਕੇ ਉਹਨੇ ਤੇ ਇਹ ਵੀ ਬੋਲ ਦਿੱਤਾ ਸੀ ਕਿ ਤੁਹਾਨੂੰ ਆਪਾਂ 10,000 ਰੁਪਏ ਰੈਂਟ ਦੇ ਦਿੰਦੇ ਹਾਂ, ਤੁਸੀਂ ਬਾਹਰ ਚਲੇ ਜਾਓ, ਤੁਹਾਡੀ ਬਿਲਡਿੰਗਾਂ ਆਪਾਂ ਸਾਰੀਆਂ ਕੰਸਟਰਕਟ ਕਰਾ ਦਾਂਗੇ, ਰੀਕਨਸਟਰਕਟ। ਕੀ ਪਤਾ ਉਹ ਬਾਅਦ 'ਚੋਂ ਪੂਰਾ ਇਹਦਾ ਮਲਬਾ ਕਰਕੇ ਤੇ ਬਾਅਦ 'ਚੋਂ ਕਵੇ ਕਿ ਬਈ ਤੁਹਾਨੂੰ ਤੇ ਉਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਮੇਰੇ ਕੋਲ ਪੈਸੇ ਲੈ ਲਓ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਕੁਝ ਵੀ ਨਹੀਂ ਮਿਲ ਸਕਦਾ। ਤਾਂ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਬਈ ਇਹ ਸਾਰੀ ਉਹਦੀ ਸੋਚੀ ਸਾਜ਼ਿਸ਼ ਹੈ। ਈਵਨ ਉਹਨੇ ਹੋਰ ਵੀ ਜਗ੍ਹਾ ਜਿਹੜੀ ਹੈ ਮਤਲਬ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਜਗ੍ਹਾ ਇੱਦਾਂ ਹੀ ਕੈਪਚਰ ਕੀਤੀਆਂ ਹੋਈਆਂ। ਪਰ ਉਹ ਕਹਿੰਦੇ ਅਸੀਂ ਪੂਰੀ ਲੀਗਲ ਤਰੀਕੇ ਨਾਲ ਸਾਰੀਆਂ ਪਰਮਿਸ਼ਨਾਂ ਲੈ ਕੇ ਤੇ ਫੇਰ ਹੀ ਕੰਮ ਕਰ ਰਹੇ ਹਾਂ। ਮਿਊਨਿਸਪਲ ਕਾਰਪੋਰੇਸ਼ਨ ਵਿੱਚ ਵੀ ਤੇ ਮਿਲੇ ਹੋਏ ਆ ਬੰਦੇ ਸਾਰੇ ਵੱਡੇ ਆਲਾ ਅਧਿਕਾਰੀ, ਆਈ ਤੇ ਸ਼ੋਅ ਕੀਤਾ ਉਹਨਾਂ ਨੇ ਅੱਜ। ਇਹੀ ਸ਼ੋਅ ਹੁੰਦਾ ਹੈ ਕਿ ਜੇ ਇਹ ਪਰਮਿਸ਼ਨਸ ਮਿਲੀਆਂ ਤੇ ਕਿਸ ਤਰ੍ਹਾਂ ਮਿਲੀਆਂ। ਉਹਦੇ ਵਾਸਤੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਆ ਕੇ ਕਿਹਾ ਕਿ ਅਸੀਂ ਇਨਕੁਆਇਰੀ ਕਰਾਵਾਂਗੇ, ਸਾਰੀ ਡਿਟੇਲ ਦੇਖਾਂਗੇ। ਇਨਕੁਆਇਰੀ ਤਾਂ ਠੀਕ ਹੈ, ਇਨਕੁਆਇਰੀ ਤਾਂ ਠੀਕ ਹੈ, ਹਾਲ ਦੀ ਘੜੀ ਤੋਂ ਨਹੀਂ ਦਿੱਕਤ ਤੁਹਾਡੇ ਸਿਰ ਤੇ ਤਲਵਾਰ ਲਟਕ ਰਹੀ ਹੈ ਉਹਨੂੰ ਕਿਸੇ ਜਿਹੜੇ ਅਸੀਂ ਰਹਿ ਰਹੇ ਹਾਂ ਸਾਰੇ ਬਹੁਤ ਹੀ ਵੱਡੇ ਡੇਂਜਰ 'ਚ ਰਹਿ ਰਹੇ ਹਾਂ ਅਸੀਂ, ਔਰ ਸਾਨੂੰ ਕਨਸਟੈਂਟ ਥ੍ਰੈਟ ਬਣਿਆ ਹੈ ਕਿ ਸਾਡੀ ਜਿਹੜੀ ਜੱਦੀ ਜਾਇਦਾਦ ਹੈ ਇਹ ਸਾਰਾ ਜਿਹੜਾ ਕੰਪਲੀਟ ਮਕਾਨ ਹੈ ਉਹ ਜ਼ਮੀਂਦੋਜ਼ ਹੋਣ ਦੇ ਕਗਾਰ ਤੇ। ਬਿਲਕੁਲ ਜੀ ਬਿਲਕੁਲ, ਜ਼ਮੀਂਦੋਜ਼ ਹੋਣ ਦੇ ਕਗਾਰ ਤੇ ਨੇ 7 ਬਿਲਡਿੰਗਾਂ, ਔਰ ਲਗਾਤਾਰ ਜਿਹੜੇ ਇਸ ਲੋਕ ਇਸ ਬਿਲਡਿੰਗ ਵਿੱਚ ਰਹਿ ਰਹੇ ਨੇ ਉਹਨਾਂ ਤੇ ਮੌਤ ਦਾ ਸਾਇਆ ਜਿਹੜਾ ਹੈ ਉਹ ਮੰਡਰਾ ਰਿਹਾ। ਹੋਰ ਵੀ ਲੋਕ ਨੇ, ਅਫੈਕਟਡ ਲੋਕ ਨੇ, ਉਹਨਾਂ ਨੂੰ ਵੀ ਗੱਲਬਾਤ ਜ਼ਰੂਰ ਕਰਾਂਗੇ। ਤਾਂ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। 12 ਤਰੀਕ ਨੂੰ ਕੀ ਵਾਪਰਿਆ ਹੋਏਗਾ ਜੋ ਇੱਥੋਂ ਦੇ ਰੈਜ਼ੀਡੈਂਟ ਨੇ, ਕਿਉਂਕਿ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਤਾਂ ਲੋਕ ਸਮਝੇ ਸੀ ਕਿ ਭੂਚਾਲ ਆਇਆ, ਪਰ ਬਿਲਡਿੰਗ ਬਾਇਲਾਜ਼ ਦੀ ਗੱਲ ਕੀਤੀ ਹੋਵੇ ਤਾਂ ਕਹਿੰਦੇ ਨੇ ਕਿ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਸਰਕਾਰੀ ਜਿਹੜੀ ਹੈ ਸਰਕਾਰ ਵੀ ਜਿਹੜੀ ਹੈ ਉਹ ਇਸੇ ਅੰਡਰਗਰਾਊਂਡ ਜ਼ਮੀਨ ਨੂੰ 40 ਫੁੱਟ ਖੋਦਣ ਦੀ ਮਨਜ਼ੂਰੀ ਦਿੰਦੀ ਹੈ, ਪਰ ਬਸ਼ਰਤੇ ਉਹ ਇਲਾਕਾ ਕਮਰਸ਼ੀਅਲ ਹੋਣਾ ਚਾਹੀਦਾ। ਪਰ ਇਹ ਰਿਹਾਇਸ਼ੀ ਇਲਾਕਾ ਹੈ, ਇੱਥੇ ਕਿਸ ਤਰ੍ਹਾਂ 40 ਤੋਂ ਵੀ ਜ਼ਿਆਦਾ ਫੁੱਟ ਜਿਹੜੀ ਹੈ ਉਹ ਡੂੰਘੀ ਤੁਸੀਂ ਦੇਖ ਸਕਦੇ ਹੋ ਅੰਡਰਗਰਾਊਂਡ ਵਾਸਤੇ ਜਿਹੜੀ ਖੁਦਾਈ ਕੀਤੀ ਗਈ ਹੈ, ਜਿਸ ਕਰਕੇ ਜਿਹੜੇ ਨਾਲ ਲੱਗਦੇ ਮਕਾਨ ਨੇ ਉਹ ਜ਼ਮੀਂਦੋਜ਼ ਹੋ ਚੁੱਕੇ ਨੇ ਔਰ ਕਈ ਜ਼ਮੀਂਦੋਜ਼ ਹੋਣ ਦੀ ਕਗਾਰ ਤੇ ਨੇ। ਤਾਂ ਗੱਲਬਾਤ ਵੀ ਕਰ ਲੈਂਦੇ ਹਾਂ। ਭੈਣ ਜੀ ਕੀ ਕਹੋਗੇ ਜੋ 12 ਤਰੀਕ ਨੂੰ ਹਾਦਸਾ ਵਾਪਰਿਆ ਸੀਗਾ, ਮੰਜ਼ਰ ਕੀ ਸੀ ਉਦੋਂ? ਸਰ ਮੇਰੇ ਹਸਬੈਂਡ ਘਰ ਨਹੀਂ ਸੀ, ਮੈਂ ਅਗਲੇ ਕਮਰੇ 'ਚ ਬੈਠੀ ਹੋਈ ਸੀ ਤੇ ਮੇਰਾ ਬੇਟਾ ਵਾਸ਼ਰੂਮ ਗਿਆ ਸੀ। ਇੱਕਦਮ ਜਿਸ ਤਰ੍ਹਾਂ ਇਹ ਜ਼ਮੀਨ ਘੁੰਮਣ ਦੀ ਆਵਾਜ਼ ਆ ਰਹੀ ਹੈ, ਠੀਕ ਹੈ, ਜਿਸ ਤਰ੍ਹਾਂ ਗ੍ਰੈਂਡਰ ਤਾਂ ਡਿੱਗਦਾ ਹੋਣਾ, ਠੀਕ ਹੈ। ਬੇਟਾ ਆਇਆ ਬਾਹਰ, ਮੰਮਾ ਭੱਜੋ ਭੁਚਾਲ ਆ ਗਿਆ। ਮੈਂ ਕਿਹਾ ਛੱਡ ਕੇ ਭੁਚਾਲ ਨਹੀਂ ਆਇਆ ਤੇ ਫਿਰ 2 ਸਾਲ ਤੋਂ ਦੇਖ ਰਹੇ ਆ ਇਹ ਪਿੱਛੇ ਕੰਮ ਚੱਲਦਾ ਹੋਣਾ। ਮੈਂ ਬਾਹਰ ਗਈ ਹਾਂ, ਮੈਂ ਕਿਹਾ ਭਾਬੀ ਜੀ ਦੇਖ ਲਓ ਪਿੱਛੇ ਕੰਮ ਫੇਰ ਚੱਲਦਾ ਪਿਆ। ਕਹਿੰਦੀ ਪਿੱਛੇ ਆ ਕੇ ਤੇ ਦੇਖ। ਉਹਨੇ ਜਿਕਰ ਨੂੰ ਮੇਰਾ ਬੇਟਾ ਇੱਥੇ ਹੱਥ ਧੋ ਕੇ ਵਾਸ਼ਵੇਸ਼ਨ ਤੋਂ ਇਹਨੇ ਖੁਦ ਕਮਰੇ ਵਿੱਚ ਬੈੱਡ ਨੀਚੇ ਧੱਸਦੇ ਦੇ ਕੇ ਜ਼ਮੀਨ ਧੱਸਦੀ ਦੇਖਦੀ ਉਹ ਬਾਹਰ ਭੱਜ ਗਿਆ। ਕਹਿੰਦਾ ਮੰਮਾ ਸਾਡਾ ਕਮਰਾ ਡਿੱਗ ਗਿਆ। ਮੈਂ ਦੂਰੋਂ ਦੇਖਿਆ, ਮੈਂ ਵੀ ਬਾਹਰ ਭੱਜ ਗਈ ਕਿ ਸ਼ਾਇਦ ਬਿਲਡਿੰਗ ਡਿੱਗ ਗਈ। ਇਹ 6:15 ਵਜੇ ਦੀ ਗੱਲ ਹੈ। 5:30 ਵਜੇ ਸਾਰੇ ਬੱਚੇ ਅਸੀਂ ਟਿਊਸ਼ਨ ਪੜ੍ਹਾਉਂਦੇ ਹਾਂ, ਠੀਕ ਹੈ, ਛੋਟੇ ਵੀ ਬੱਚੇ ਹੁੰਦੇ ਆ ਵੱਡੇ ਵੀ ਹੁੰਦੇ, ਤੁਸੀਂ ਸਾਰੀ ਗਲੀ ਵਾਲੇ ਨੂੰ ਪੁੱਛ ਸਕਦੇ ਜੀ। ਉਹੀ ਸਾਡੀ ਰੋਜੀ ਰੋਟੀ ਸੀਗੀ। ਬੱਚੇ 5:30 ਵਜੇ ਪੜ੍ਹ ਕੇ ਗਏ ਆ, ਚਲੋ ਕਿਸਮਤ ਉਹਨਾਂ ਦੀ, ਨਹੀਂ ਤਾਂ ਉਹ 7 ਵਜੇ ਜਾਂਦੇ ਨੇ। ਜਲਦੀ ਪੜ੍ਹ ਗਏ ਸੀ, ਮੈਂ ਸ਼ੁਕਰ ਕਰਦੀ ਪਰਮਾਤਮਾ ਦਾ ਕਿ ਚਲੋ ਪੜ੍ਹ ਕੇ ਚਲ ਗਏ। ਪੜ੍ਹ ਕੇ ਬੱਚੇ ਹਲੇ ਗਏ ਇਹ 6:15 ਵਜੇ। ਜੇ ਬੱਚਿਆਂ ਨੂੰ ਕੁਝ ਹੋ ਜਾਂਦਾ, ਬੈੱਡ ਤੇ ਹੀ ਬੈਠੇ ਹੁੰਦੇ ਆ। ਬੈੱਡ ਪਹਿਲਾਂ ਤੇ ਬੱਚਿਆਂ ਨੇ ਜਾਣਾ ਸੀ, ਫਿਰ ਬੈੱਡ ਅੜਨਾ ਸੀ। ਉਹੀ ਜਗ੍ਹਾ ਇਹੀ ਕਮਰਾ ਜਿੱਥੇ ਬੱਚੇ ਪੜ੍ਹਦੇ ਸੀ। ਬੈੱਡ ਉੱਤੇ ਇੱਧਰ ਸੋਫੇ ਲੱਗੇ ਹੋਏ ਸੀ, ਠੀਕ ਆ। ਮੇਰੇ ਬ੍ਰਦਰ ਨੇ ਅਲਮਾਰੀਆਂ ਸਾਰੀਆਂ ਦੇਖੋ ਅਸੀਂ ਕਿੱਦਾਂ ਕੱਢੀਆਂ, ਕਿ ਅਸੀਂ ਕੱਢ ਸਕਦੇ ਸੀ ਕਿੰਨੀ ਅਸੀਂ ਆਪਣੀ। ਫਿਰ ਮੇਰੇ ਬੈੱਡ ਵਿੱਚ ਕੀਮਤੀ ਸਮਾਨ ਪਿਆ ਸੀ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਅੜਿਆ ਪਿਆ ਸੀ ਬੈਗ, ਨੀਚੇ ਨਹੀਂ ਸੀ ਗਿਰਿਆ, ਅੜਿਆ ਪਿਆ ਸੀ। ਅਸੀਂ ਬਾਹਰ ਮਤਲਬ ਕਿ ਸੋ ਗਏ, ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ। 2:30-3 ਤੇ ਸਾਨੂੰ ਇੱਦਾਂ ਹੀ ਵੱਜ ਗਏ। ਦਿਨ ਵੀ ਚੜ੍ਹ ਗਿਆ ਪਰ ਨੀਂਦ ਨਹੀਂ ਪਈ। ਹਾਏ ਮੇਰਾ ਥੋੜਾ ਜਿਹਾ ਸਮਾਨ ਪਿਆ ਹੋਇਆ, ਇਹ ਕਿੱਦਾਂ ਨਿਕਲੇਗਾ। ਮੈਂ ਤੇ ਮੇਰਾ ਬੇਟਾ, ਮੰਮਾ ਮੈਂ ਲੈ ਕੇ ਆਵਾਂਗਾ। ਮੈਂ ਕਿਹਾ ਹੁਣ ਮੈਂ ਥੋੜੀ ਨਾ ਤੈਨੂੰ 60 ਫੁੱਟ ਥੱਲੇ ਭੇਜਾਂਗੀ, ਮਤਲਬ ਕਿ ਮੈਂ ਜਾਵਾਂਗੀ। ਮੇਰਾ ਸਵੇਰੇ ਬ੍ਰਦਰ ਆਇਆ, ਉਹਨੇ ਅਲਮਾਰੀਆਂ ਕੱਢੀਆਂ। ਮੈਂ ਉੱਥੇ ਮਤਲਬ ਅਸੀਂ ਬੈੱਡ ਖਿੱਚਣ ਦੀ ਜ਼ਰੂਰ ਕੋਸ਼ਿਸ਼ ਕੀਤੀ, ਪਰ ਸਾਡੇ ਕੋਲ ਖਿੱਚੇ ਨਹੀਂ ਗਏ। ਅਸੀਂ ਗਾਰਡਰਾਂ ਦੇ ਨਾਲ ਰੱਸੇ ਬੰਨ੍ਹ ਦਿੱਤੇ, ਇੱਥੋਂ ਤੱਕ ਕਿ ਨੀਚੇ ਤੁਸੀਂ ਦੇਖ ਵੀ ਲਓਗੇ ਬੈੱਡ ਨੂੰ ਰੱਸੇ ਬੰਨੇ ਹੋਏ ਆ। ਅਸੀਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ, ਬੈੱਡ ਥੱਲੇ ਖਿਸਕ ਗਏ। ਫਿਰ ਵੀ ਅਸੀਂ ਇਹਦੇ ਨਾਲ ਗਾਰਡਰ ਨਾਲ ਅੜਾ ਦਿੱਤੇ ਕਿ ਅਸੀਂ ਨੀਚੇ ਨਹੀਂ ਸੁੱਟਣੇ, ਨੀਚੇ ਸੁੱਟ ਦਿੱਤੇ ਤੇ ਸਾਰਾ ਕੁਝ ਤੇ ਲੁੱਟ ਫੁੱਟ ਕੇ ਲੈ ਜਾਣਾ ਲੋਕਾਂ ਨੇ। ਅੱਜ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਕੋਲ ਪਹੁੰਚੇ ਸੀ, ਤੁਸੀਂ ਫਰਿਆਦ ਕੀ ਤੁਸੀਂ ਉਹਨਾਂ ਨੂੰ ਸੁਣਾਈ ਹੈ? ਸੁਣਾਈ ਇਹ ਵਾ ਕਿ ਚਲੋ ਮੈਂ 골ਡ ਤੇ ਕੱਢ ਲਿਆਈ, ਮੈਂ ਬਾਕੀ ਸਮਾਨ ਥੋੜਾ ਕਿਸੇ ਨੂੰ ਕਿਹਾ। ਐਸਕੇ ਵਾਲੇ ਸਾਡੇ ਇੱਥੇ ਆਏ ਸੀਗੇ, ਮੈਂ ਉਹਨਾਂ ਨੂੰ ਕਿਹਾ, ਕਹਿੰਦੇ ਤੁਸੀਂ ਇੱਦਾਂ ਕਰੋ ਸਮਾਨ ਤੇ ਅਸੀਂ ਤੁਹਾਡਾ ਕਢਵਾ ਦਿੰਨੇ ਆ, ਤੁਸੀਂ ਪੈਸੇ ਕਿੰਨੇ ਦਿਓਗੇ? ਦੇਖੋ ਇੱਕ ਤੇ ਕਾਉਂਸਲਰ ਸਾਡੀ ਗਲੀ ਦਾ,
ਕਹਿੰਦੇ ਮੈਂ ਪ੍ਰਾਈਵੇਟ ਬੰਦੇ ਲਿਆਇਆ ਪੈਸੇ ਤੇ ਬੇਟਾ ਤੁਹਾਨੂੰ ਦੇਣੇ ਹੀ ਪੈਣੇ ਆ। ਮੈਂ ਕਿਹਾ ਸਰ ਜੇ ਬਾਈ ਚਾਂਸ ਇੱਕ ਤੇ ਸਾਰਾ ਕੁਝ ਗਿਆ, ਜੇ ਜੇਬ ਵਿੱਚੋਂ ਸਾਡੇ ਗਲੀ ਦਾ ਕੌਂਸਲਰ 500,000 ਉਹਨੂੰ ਦੇ ਵੀ ਦੇਗਾ ਤੇ ਕੀ ਹੋਏਗਾ। ਮੈਂ ਕਿਹਾ ਫਿਰ ਤੁਸੀਂ ਇਦਾਂ ਕਰੋ ਕਿੰਨੇ ਪੈਸੇ ਲਓਗੇ। ਉਹਨੂੰ ਸਮਝ ਲੱਗ ਗਈ ਕਿ ਇਹ ਸ਼ਾਇਦ ਰਿਕਾਰਡਿੰਗ ਕਰ ਰਹੇ। ਮੈਂ ਕਿਹਾ ਰਿਕਾਰਡਿੰਗ ਕੀਤੀ ਵੀ ਹੋਈ ਉਹਦੀ ਸਾਰੀ ਮੇਰੇ ਕੋ ਹੈ। ਇੱਕ ਸਮਾਨ ਡਿੱਗ ਗਿਆ, ਇੱਕ ਉਹ ਪੈਸੇ ਮੰਗ ਰਹੇ ਆ ਤੇ ਇੱਕ ਸਾਡੀ ਦੇਖੋ ਹੁਣ ਅਸੀਂ ਕਿੱਥੇ ਬੱਚੇ ਪੜਾਈਏ। ਮੈਂ ਤੇ ਆਪ ਗਲੀ ਵਿੱਚ ਅਸੀਂ ਹੁਣ ਤੁਸੀਂ ਇੱਥੇ ਤੇ ਰਹਿ ਨਹੀਂ ਸਕਦੇ ਕਿਉਂਕਿ ਮੁਮਕਿਨ ਨਹੀਂ, ਜਾਇਜ਼ ਨਹੀਂ ਹੈ। ਹੁਣ ਕਿੱਥੇ ਰਾਤ ਕਿੱਥੇ ਗੁਜ਼ਾਰ ਰਹੇ ਹੋ? ਰਾਤ ਅਸੀਂ ਸਾਨੂੰ ਅੱਜ 4-5 ਦਿਨ ਹੋ ਗਏ ਆ ਬਾਹਰ ਫੋਲਡਿੰਗ ਡਾਈ ਦਾ, ਇੱਕ ਕੂਲਰ ਪੱਖਾ ਲਾਈ ਦਾ ਤੇ ਸੋ ਜੀ ਦਾ। ਖਾਣਾ ਸਾਨੂੰ ਇਹਨਾਂ ਦੇ ਢਾਬੇ ਤੋਂ ਆ ਜਾਂਦਾ, ਰੋਜ਼ ਆਂਦਾ। ਕੀ ਕਰੀਏ ਫਿਰ, ਕਿਉਂਕਿ ਅਸੀਂ ਬਣਾ ਹੀ ਨਹੀਂ ਸਕਦੇ। ਮੈਂ ਕਿੱਥੇ ਜਾਵਾਂ। ਅੱਜ ਅਸੀਂ ਥੋੜੀ ਕਿਸੇ ਦੇ ਘਰ ਸ਼ਿਫਟਿੰਗ ਕਰਨੀ ਸੀ, ਅੱਜ ਸਾਰਾ ਦਿਨ ਫਿਰ ਇਸ ਤਰ੍ਹਾਂ ਹੀ ਨਿਕਲ ਗਿਆ। ਚਲੀ ਭਾਜੀ ਤੁਸੀਂ ਕੀ ਕਹੋਗੇ? ਤੁਹਾਡਾ ਘਰ ਸਾਹਮਣੇ ਲੇਨ 'ਚ ਹੈ। ਮੈਂ ਤੇ ਮੰਜ਼ਰ ਦੇਖ ਕੇ ਹੈਰਾਨ ਆਇਆ ਜੀ। ਮੈਂ ਆਲਰੇਡੀ 10 ਦਿਨ ਮੈਂ ਬੰਬੇ ਲਗਾ ਗਿਆ ਸੀ, ਕੋਈ ਜ਼ਰੂਰੀ ਕੰਮ ਗਿਆ ਸੀ, ਮੈਂ ਕੱਲ੍ਹ ਹੀ ਆਇਆ ਹਲੇ। ਮੈਂ ਤਾਂ ਸੀਨ ਦੇਖ ਕੇ ਹੈਰਾਨ ਹੋ ਗਿਆ ਵੀ 6 ਦਿਨ ਤੋਂ ਇੰਨੀ ਸਾਡੇ ਕੋਲ ਪ੍ਰੈਸ ਪਾਵਰ ਹੈ, ਇੰਨੀ ਪੁਲਿਸ ਪ੍ਰਸ਼ਾਸਨ ਹੈ, ਕਾਰਪੋਰੇਸ਼ਨ ਹੈ, ਉਹ ਹਲੇ ਤੱਕ ਅੱਜ ਤੱਕ ਸੁੱਤੀ 6 ਦਿਨ ਹੋ ਗਏ ਨੇ। ਕਮਾਲ ਹੋ ਗਈ। ਇਹ ਸਾਰੇ ਲੋਕ ਕਮ ਸੇ ਕਮ 50-60 ਜਣੇ ਨੇ ਜਿਹੜੇ ਅੱਜ ਬਾਹਰ ਸੜਕ ਦੇ ਉੱਤੇ ਸੌਣ ਤੇ ਪਕਾਉਣ ਤੇ ਨਹਾਉਣ ਤੇ ਮਜਬੂਰ ਹੋ ਗਏ। ਵੈਰੀ ਬੈਡ, ਵੈਰੀ ਬੈਡ, ਇਟਸ ਵੈਰੀ ਬੈਡ। ਹੁਣ ਵਿਜੇ ਪ੍ਰਤਾਪ ਸਿੰਘ ਆਏ ਸੀਗੇ, ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕੀਤੀ, ਸਾਰੇ ਮਹੱਲੇ ਵਾਲਿਆਂ ਨੇ ਵੀ ਗੱਲਬਾਤ ਕੀਤੀ, ਕੋਈ ਸਿੱਟਾ ਨਿਚੋੜ ਨਿਕਲਦਾ ਨਜ਼ਰ ਆ ਰਿਹਾ? ਦੇਖੋ ਵਿਜੇ ਪ੍ਰਤਾਪ ਕਹਿ ਰਹੇ ਨੇ ਜੀ ਪ੍ਰਸ਼ਾਸਨ ਜ਼ਰੂਰ ਜਲਦੀ ਕੰਮ ਕਰੇਗਾ, ਮਗਰ ਕਦੋਂ ਕਰੇਗਾ? ਕੰਮ ਕਰਨਾ ਚਾਹੀਦਾ। ਕੰਵਰ ਪ੍ਰਤਾਪ ਜੀ ਨੇ ਵੀ ਅੱਜ ਬੇਨਤੀ ਕੀਤੀ ਕਿਉਂਕਿ ਸਾਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਹੈ। ਇਮਾਨਦਾਰ ਅਫਸਰ ਨੇ, ਇਮਾਨਦਾਰ ਨੇਤਾ ਨੇ, ਸਾਰੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ। ਉਹਨਾਂ ਦਾ ਫਰਜ਼ ਵੀ ਬਣਦਾ ਇਹਨਾਂ ਦੀ ਮਦਦ ਕਰਨ ਕਿਉਂਕਿ ਇਸ ਟਾਈਮ ਇਹ ਬਹੁਤ ਜ਼ਿਆਦਾ ਬੁਰੇ ਹਾਲਾਤ 'ਚ ਇਨਕੁਆਰੀ ਤਾਂ ਚਲੋ ਠੀਕ ਹੈ, ਸਾਰੇ ਕਹਿੰਦੇ ਇਨਕੁਆਰੀ ਕਰਾਵਾਂਗਾ, ਪਰ ਇਨਕੁਆਰੀ ਤਾਂ ਟਾਈਮ ਲੈਂਦੀਆਂ ਨੇ। ਕੋਈ ਟਾਈਮ ਬੀਇੰਗ ਇਹਨਾਂ ਦਾ ਕੋਈ ਰਹਿਣ ਦਾ ਰਿਹਾਇਸ਼ ਦਾ ਕੋਈ ਪ੍ਰਬੰਧ ਕੋਈ ਸਰਕਾਰ? ਵੇਖੋ ਜੀ ਸਾਰੀ ਕਲੋਨੀ ਵਾਲੇ ਸਾਥ ਦੇ ਰਹੇ ਨੇ, ਸਾਰੇ ਜਿੰਨੇ ਅੱਛੇ ਘਰ ਨੇ ਸਾਰੇ ਸਾਥ ਦੇ ਰਹੇ ਰਹਿਣ ਵਾਸਤੇ। ਮਗਰ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਇਹਨਾਂ ਨੂੰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਪਿੱਛੇ ਜਿਨ੍ਹਾਂ ਦਾ ਵਿਜੇ ਕੋਈ ਹੈ ਨੈਸ਼ਨਲ ਮੋਟਰ ਵਾਲੇ, ਉਹਨਾਂ ਦਾ ਕੋਈ ਵੀ ਉਹਨਾਂ ਨੇ ਹਾਲੇ ਤੱਕ ਇਹਨਾਂ ਨੂੰ ਆਰਥਿਕ ਕੋਈ ਸੁਵਿਧਾ ਨਹੀਂ ਦਿੱਤੀ ਜਿਹੜੀ ਕਿ ਦੇਣੀ ਚਾਹੀਦੀ ਸੀ। ਅੱਜ ਕੀ ਡਿਮਾਂਡ ਕੀਤੀ ਗਈ? ਅੱਜ ਇਹਨਾਂ ਨੂੰ ਇਹ ਕਹਿ ਰਹੇ ਨੇ ਜੀ ਬੇਵਕੂਫ ਜਿਹੇ ਇਨਸਾਨ ਹੈ, ਉਹ ਕਹਿ ਰਿਹਾ ਇਹਨਾਂ ਨੂੰ ਵੀ ਤੁਸੀਂ ਮੰਜੇ ਬਿਸਤਰੇ ਨਾਲ ਚੁੱਕੋ ਤੇ ਬਾਹਰ ਕੱਢੋ। ਕਿੱਥੇ ਕੱਢੋ? ਇੱਕ ਕਮਰਾ ਅੱਜ ਖਾਲੀ ਕਰਨਾ ਹੋਵੇ ਉਹ ਨਹੀਂ ਨਿਕਲ ਸਕਦਾ, ਘਰ ਖਾਲੀ ਨਹੀਂ ਹੋ ਸਕਦਾ। ਤੇ ਇਹਨਾਂ ਨੂੰ ਕਹਿ ਰਹੇ ਵੀ ਸਮਾਨ ਸਾਰਾ ਖਾਲੀ ਕਰਕੇ ਬਾਹਰ ਕੱਢ ਦਿਓ। ਕਿਤਨਾ ਕੱਢ ਦਿਓ? ਕਿਸੇ ਕੋ ਪੈਸੇ ਹੈਗੇ, ਕਿਸੇ ਕੋ ਨਹੀਂ ਹੈਗੇ। ਕੀ ਤੁਸੀਂ ਕੌਣ ਦੇਗਾ ਪੈਸੇ ਇਹਨਾਂ ਨੂੰ ਬਾਹਰ ਸਮਾਨ ਕੱਢਣ ਵਾਸਤੇ? ਅੱਜ ਕੱਲ੍ਹ ਇੱਕ ਮਜ਼ਦੂਰ ਵੀ ਚੁੱਕੇਗਾ ਤੇ ਉਹ ਰੁਪਈਆ 1000 ਰੁਪਏ ਦਿਹਾੜੀ ਮੰਗਦੇ ਨੇ। 2 ਮਜ਼ਦੂਰ ਲਿਆਓ ਦੇ ਲਿਆ ਕੇ ਕਿੱਥੇ ਰੱਖਣ? ਸਮਾਨ ਚੁੱਕਣਗੇ ਕਿੱਥੇ ਰੱਖਣ? ਕਮ ਸੇ ਕਮ ਵਿਜੇ ਸ਼ਰਮਾ ਨੂੰ ਇੰਨਾ ਵੀ ਚਾਹੀਦਾ ਸੀ ਵੀ ਕਮ ਸੇ ਕਮ ਇਹਨਾਂ ਦੀ ਆਰਥਿਕ ਮਦਦ ਦੇਵੇ ਜਾਂ ਤਾਂ ਪਹਿਲਾਂ ਮਦਦ ਤੇ ਦੇਵੇ। ਵਿਜੇ ਸ਼ਰਮਾ ਹੈ ਕੌਣ? ਪਿੱਛੇ ਵਿਜੇ ਸ਼ਰਮਾ ਜਿਹੜਾ ਵੀ ਪਿੱਛੇ ਰੈੱਡ ਹੋਟਲ ਬਣਾ ਰਿਹਾ, ਰੈਡੀਸਨ ਰੈੱਡ, ਇਹ ਸਾਰੀ ਖੁਦਾਈ ਉਹਨਾਂ ਵੱਲੋਂ ਹੋਈ ਗਈ ਹੈ। ਆਖਦੇ ਨੇ ਵੀ ਸਾਰੀ ਜਿਹੜੀ ਖੁਦਾਈ ਹੈ ਜੋ ਵੀ ਪਰਮਿਸ਼ਨਾਂ ਸਾਰੀਆਂ ਲਈਆਂ ਗਈਆਂ ਨੇ ਕਾਰਪੋਰੇਸ਼ਨ ਤੋਂ। ਮਕਾਨ ਤੋੜਨ ਦੀ ਪਰਮਿਸ਼ਨ ਸੀ ਉਹਨਾਂ ਕੋਲ। ਮੈਂ ਪ੍ਰਸ਼ਾਸਨ ਨੂੰ ਪੁੱਛਦਾ ਉਹਨਾਂ ਦੀਆਂ ਮਕਾਨ ਤੋੜਨ ਦੀਆਂ ਪਰਮਿਸ਼ਨ ਸੀ ਉਹਨਾਂ ਕੋਲ, ਖੁਦਾਈ ਕਰਨ ਦੀ ਪਰਮਿਸ਼ਨ ਨਹੀਂ ਨਾ। ਨਹੀਂ ਹੁਣ ਅਲਟੀਮੇਟ ਤੁਸੀਂ ਦੇ ਰਹੇ ਹੋ ਪ੍ਰਸ਼ਾਸਨ ਨੂੰ ਕਿਉਂਕਿ 6 ਦਿਨ ਹੋ ਗਏ ਹਜੇ ਤੱਕ ਤੁਸੀਂ ਕਹਿ ਰਹੇ ਵੀ ਕੋਈ ਸਾਡੇ ਕੋਲ ਮੈਂ ਵੀ ਅੱਜ ਹੀ ਅੰਮ੍ਰਿਤਸਰ ਆਇਆ ਜੀ, ਕੱਲ ਰਾਤੀ ਪਹੁੰਚਿਆ ਤੇ ਅੱਜ ਇੱਥੇ ਮੈਂ ਕਲੋਨੀ ਜਾਇਆ ਜੇ ਤੇ ਸਾਨੂੰ ਕੋਈ ਹਲੇ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਕੋਈ ਅਲਟੀਮੇਟਮ ਦੇਣ ਜਾ ਰਹੇ ਹੋ ਪ੍ਰਸ਼ਾਸਨ? ਮੈਂ ਅਲਟੀਮੇਟਮ ਦੇਣਾ ਜੀ 2-3 ਦਿਨ ਦਾ ਇਹਨਾਂ ਨੂੰ ਸਾਰਿਆਂ ਨੂੰ, ਚਾਹੇ ਪ੍ਰਸ਼ਾਸਨ ਨੂੰ ਤੇ ਚਾਹੇ ਵਿਜੇ ਕਪੂਰ ਨੇ, ਵਿਜੇ ਨੈਸ਼ਨਲ ਮੋਟਰ ਵਾਲੇ ਨੂੰ। ਜੇ 2 ਦਿਨ ਦੇ 3 ਦਿਨ ਦੇ ਵਿੱਚ ਇਹਨਾਂ ਨੂੰ ਕੋਈ ਸਹੀ ਕੰਪਨਸੇਸ਼ਨ ਨਹੀਂ ਦਿੱਤਾ ਤੇ ਸਟੇਸ਼ਨ ਜਾਮ ਕਰਕੇ ਰੱਖ ਦੂੰਗਾ। ਨਹੀਂ ਕੰਪਨਸੇਸ਼ਨ ਕਿਸੇ ਨਹੀਂ ਮੰਗਦੇ? ਕੰਪਨਸੇਸ਼ਨ ਇਹਨਾਂ ਨੂੰ ਨਿਆਂ ਕਿ ਪਹਿਲਾਂ ਆ ਕੇ ਮਿਲੇ ਤੇ ਆ ਕੇ ਜੋ ਵੀ ਇਹਨਾਂ ਦਾ ਫੈਸਲਾ ਨੂੰ ਸਹੀ ਚੁੱਕ ਕੇ ਗੱਲ ਕਰਕੇ ਕਰੇ। ਇਹਨਾਂ ਦਾ ਰਹਿਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ 2-4 ਦਿਨ 5 ਦਿਨ ਤੋਂ ਅਸੀਂ ਸ਼ੁਰੂ ਤੋਂ ਅਸੀਂ ਕਰ ਰਹੇ ਇਹਨਾਂ ਦੇ ਨਾਲ ਹਮੇਸ਼ਾ ਕਰਾਂਗੇ ਜਿੰਨਾ ਟਾਈਮ ਲੱਗੇਗਾ। ਜਿਹਦੀ ਬਿਲਡਿੰਗ ਬਣਾ ਜਿਹਦੇ ਕਰਕੇ ਜਿਹੜਾ ਕਸੂਰਵਾਰ ਹੈ ਉਹਦਾ ਵੀ ਤਾਂ ਚਾਹੀਦਾ, ਉਹਨੂੰ ਚਾਹੀਦਾ ਨਾ ਆ ਕੇ ਇਹਨਾਂ ਨੂੰ ਮਿਲੇ ਤੇ ਇੱਕ ਵਾਰੀ ਗੱਲ ਕਰੇ। ਤਾਂ ਬਿਲਕੁਲ ਜੀ, ਘਰ ਜਿਹੜਾ ਉਹ ਸੁਪਨਾ ਹੁੰਦਾ ਕਿਸੇ ਵੀ ਇਨਸਾਨ ਦਾ। ਸਾਰੀ ਜਮ੍ਹਾਂ ਪੂੰਜੀ ਜਿਹੜੀ ਉਹ ਘਰ ਤੇ ਖਰਚ ਕੀਤੀ ਜਾਂਦੀ ਹੈ, ਪਰ ਤੁਸੀਂ ਦੇਖਦੇ ਹੋ ਘਰ ਜਿਹੜੇ ਖੰਡਰ 'ਚ ਤਬਦੀਲ ਹੋ ਗਏ ਨੇ ਕਿਉਂਕਿ ਜਦੋਂ ਇੱਥੇ ਬੇਸਮੈਂਟ ਦੀ ਖੁਦਾਈ ਕੀਤੀ ਜਾਂਦੀ ਹੈ ਕਰੀਬ ਤੁਸੀਂ ਦੇਖ ਸਕਦੇ ਹੋ 40 ਤੋਂ 50 ਫੁੱਟ ਦੀ ਖੁਦਾਈ ਨਜ਼ਰ ਆ ਰਹੀ ਹੈ, ਜਿਸ ਕਰਕੇ ਜਿਹੜੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਸੀਗੇ ਕਰੀਬ 6 ਤੋਂ 7 ਘਰ ਜਿਨ੍ਹਾਂ ਦੀਆਂ ਚੂਲਾ ਹਿਲ ਚੁੱਕੀਆਂ ਨੇ। ਲਗਾਤਾਰ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਦਿੱਕਤ ਹੋ ਰਹੀ ਹੈ ਔਰ ਸ਼ਰਨਾਰਥੀਆਂ ਤੋਂ ਵੀ ਭੈੜੀ ਜਿਹੜੀ ਉਹ ਜ਼ਿੰਦਗੀ ਜੀਣ ਨੂੰ ਮਜਬੂਰ ਹੋ ਚੁੱਕੇ ਨੇ ਲੋਕ। ਔਰ ਲੋਕ ਆਪਣੇ ਘਰਾਂ ਵਿੱਚ ਸੌਣ ਦੀ ਬਜਾਏ ਬਾਹਰ ਗਲੀ ਵਿੱਚ ਸੋ ਰਹੇ ਨੇ। ਔਰ ਅੱਜ ਕੌਣ ਵਿਜੇ ਪ੍ਰਤਾਪ ਸਿੰਘ ਨੇ ਇੱਥੇ ਪਹੁੰਚ ਕੇ ਇਹਨਾਂ ਲੋਕਾਂ ਦੀ ਪੀੜਾ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਲੋਕ ਇਹੀ ਆਖ ਰਹੇ ਨੇ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੋਂ ਤੱਕ ਨਹੀਂ ਪਹੁੰਚਿਆ ਔਰ ਉਹਨਾਂ ਨੇ ਕੋਈ ਵੀ ਇਹਨਾਂ ਦੀ ਸਾਰ ਨਹੀਂ ਲਈ। ਔਰ 2 ਤੋਂ 3 ਦਿਨ ਦਾ ਅਲਟੀਮੇਟਮ ਦਿੱਤਾ ਜਾ ਰਿਹਾ ਵੀ ਜੇਕਰ ਕੋਈ ਢੁਕਵਾਂ ਪ੍ਰਬੰਧ ਇਹਨਾਂ ਦੇ ਰਹਿਣ ਦਾ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਹੱਦ ਤੱਕ ਜਾਨ ਤੋਂ ਗੁਰੇਜ਼ ਨਹੀਂ ਕਰਨਗੇ। ਐਨਜੀਓ ਨਾਲ ਜੁੜੀ ਹੋਈ ਹਾਂ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਦੇ ਨਾਲ। ਮੈਂ ਸਵੇਰੇ ਸ਼ਾਮ ਉੱਥੇ ਓਪੀਡੀ ਕਰਦੀ ਹਾਂ ਔਰ ਇੱਥੇ ਮੇਰੀ ਫੈਮਿਲੀ ਦੇ ਵਿੱਚ ਮੇਰੇ 2 ਬੱਚੇ ਹੈ, ਮੇਰੇ ਮਦਰ ਫਾਦਰ 80 ਸਾਲ ਦੇ ਹੈਗੇ ਆ। ਮੇਰੇ ਹਸਬੈਂਡ ਲੋਪੋ ਕੇ ਹਸਪੀਟਲ ਦੇ ਵਿੱਚ ਆਪਣਾ ਪ੍ਰੈਕਟਿਸ ਕਰਦੇ ਆ। ਉਹ ਸਵੇਰੇ 9 ਵਜੇ ਜਾਂਦੇ ਆ ਤੇ ਰਾਤ ਨੂੰ 9 ਵਜੇ ਹੀ ਘਰ ਆਉਂਦੇ ਆ। ਉਸ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਹੈ।
मेरा बच्चा पढ़ रहा पिछले कमरे में, मैं अपनी ड्यूटी ते, मैंने फोन आया मम्मा जल्दी आ जाओ घर टूट गया हमारा। देखो सर मेरे दिल ते उत्थे की बीती है। बच्चा मेरा छत ते दौड़ गया क्योंकि कोई बड़ा बंदा दादी सी ओदे नाल नीचे वो चल नहीं सकते, हुण भी अंदर बैठे हुए हैं तो वो बेचारे नीचे आवाज़ा मरन, ये छत ते देखने चला गया मम्मा मैं गिरने लगा था, मैं गिरने लगा था, मैं नीचे आ गया। मैं कि बेटा नीचे नहीं नीचे, मतलब उस तो बाद देखो कि हुण ये मेरा घर जिहड़ा हैगा छत्ता उपरों निकल चुकी है, लंडा टुट गए हैं, फर्श दब गए हुए हैं। ये कह रहे हैं कि असीं रिपेयर करा देंगे तुहाडा। मैं नहीं मंदी कि इस चीज़ से रिपेयर की होनी, तो नीयां ही हिल गई। 4 साल हो गए, 3 साल तो घट तो घट हो ही गए। पहले कोविड करके नंगियां पईयां रहियां बेसमेंट दे विच जिहड़ी जगह हैगी फड़ी नहीं गई, 2 साल बैन हो गया। उस तो बाद कोर्ट केस हो गया, इन्हां दा आपस च ग्रैंड होटल का स्टे हो गया। 4 साल हो गए, 65 फुट ते 40 फुट 50 फुट जिन्ना भी है सानू नहीं पता ये मेजरमेंट टेक्निकल ते ਉਹ ਨੀਆਂ ਨੰਗੀਆਂ ਹੀ ਪਈਆਂ। ਅਸੀਂ ਇਹਨਾਂ ਨੂੰ 6 ਮਹੀਨੇ ਪਹਿਲਾਂ ਵੀ ਅਸੀਂ ਇੱਕ ਕੰਪਲੇਂਟ ਦਿੱਤੀ ਹੈ ਐਮਸੀ ਦੇ ਆਫਿਸ 'ਚ। ਉਸ ਤੋਂ ਬਾਅਦ ਮੈਂ ਜਾ ਕੇ, ਕਿਉਂਕਿ ਮੇਰੇ ਹਸਬੈਂਡ ਜ਼ਿਆਦਾ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਤੇ ਉਹ ਲੋਕੋ ਕੇ ਚਲੇ ਜਾਂਦੇ ਸਵੇਰ ਤੋਂ ਸ਼ਾਮ ਤੱਕ, ਮੈਂ ਪੁਲਿਸ 'ਚ ਜਾ ਕੇ ਆਪਣੇ ਬਿਆਨ ਦੇ ਕੇ ਆਈ ਹਾਂ ਕਿ ਮੇਰੇ ਘਰ 'ਚ ਕ੍ਰੈਕਸ ਆਏ ਹੈ ਜਦੋਂ ਇਹਨਾਂ ਦੀ ਇੱਕ ਦੀਵਾਰ ਪਹਿਲਾਂ ਗਿਰੀ ਹੈ। ਤੇ ਉਹ ਮੇਰੇ ਤੋਂ ਬਿਆਨ ਦੇ ਕਾਗਜ਼ ਵੀ ਮੇਰੇ ਕੋਲ ਹੈਗੇ ਆ, ਮੈਂ ਐਪਲੀਕੇਸ਼ਨ 'ਚ ਰੱਖੇ ਵੀ ਹੋਏ ਹੈ। ਤੇ ਉਸ ਤੋਂ ਬਾਅਦ ਵੀ ਕੋਈ ਕਿਸੇ ਦੀ ਕੋਈ ਕਾਰਵਾਈ ਨਹੀਂ, ਕੋਈ ਕੰਮ। ਤੇ ਉਹ ਫਿਰ ਦੁਬਾਰਾ ਇਹਨਾਂ ਨੇ ਕੰਸਟਰਕਸ਼ਨ ਸ਼ੁਰੂ ਕੀਤੀ ਹਫ਼ਤੇ ਬਾਅਦ, ਇਹਨਾਂ ਨੇ ਹੁਣ ਹਫ਼ਤਾ ਪਹਿਲਾਂ ਹੀ। ਤੇ ਉਸ ਤੋਂ ਬਾਅਦ ਹੁਣ ਸਾਡੇ ਉਸ ਟਾਈਮ ਤੇ ਇੰਨਾ ਨਹੀਂ ਸੀ, ਅਸੀਂ ਵੀ ਕਿਹਾ ਕਿ ਚਲੋ ਮਾਈਨਰ ਕ੍ਰੈਕਸ ਹੈ ਕੋਈ ਨਹੀਂ ਰਿਪੇਅਰ ਹੋ ਜਾਣਗੇ। ਸਾਨੂੰ ਕਿਹੜਾ ਸ਼ੌਂਕ ਹੈ ਕਿਸੇ ਦੀ ਬਿਲਡਿੰਗ ਨੂੰ ਬੰਦ ਕਰਨ ਦਾ ਜਾਂ ਕਿਸੇ ਦਾ, ਸਾਨੂੰ ਕੋਈ ਇੰਟਰਸਟ ਨਹੀਂ, ਸਾਨੂੰ ਆਪਣੇ ਤੱਕ ਮਤਲਬ ਹੈ। ਵੀਰਵਾਰ ਇਵਨਿੰਗ ਦੀ ਗੱਲ ਹੈ, ਸਾਨੂੰ ਪਤਾ ਲੱਗਿਆ ਕਿ ਇੱਥੇ ਸਾਰਾ ਕੁਝ ਬਹੁਤ ਕੁਝ ਡਿਮੋਲਿਸ਼ ਹੋ ਰਿਹਾ ਹੈ ਔਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੋਇਆ ਕੀ ਹੈ। ਅਸੀਂ ਇੱਥੇ ਆਏ, ਸਾਡੀ ਟੀਮ ਆਈ। ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇੱਕ ਹੋਟਲ ਬਣ ਰਿਹਾ ਸੀ। ਹੋਟਲ ਬਣਾਉਣ ਵਾਸਤੇ ਇੱਥੇ ਬੇਸਮੈਂਟ ਵਾਸਤੇ ਤਕਰੀਬਨ 60 ਫੀਟ ਦਾ ਖੱਡਾ ਖੋਦਿਆ ਹੋਇਆ ਸੀ, 60 ਫੀਟ ਡੈਪਥ ਸੀਗਾ ਔਰ ਉਹ ਕਾਫੀ ਚਿਰ ਤੋਂ ਉਸੇ ਤਰੀਕੇ ਦੇ ਨਾਲ ਚੱਲਦਾ ਸੀ। ਔਰ ਉਸ ਦਿਨ ਇੱਕ ਤਾਂ ਹੋਟਲ ਦਾ ਗ੍ਰੈਂਡ ਹੋਟਲ ਦਾ ਇੱਕ ਹਿੱਸਾ ਉਹਦੇ ਵਿੱਚ ਡਿੱਗ ਪਿਆ, ਦੂਸਰਾ ਤਕਰੀਬਨ 10 ਘਰਾਂ ਦੇ ਵਿੱਚ ਪਰਮਾਨੈਂਟ ਤੁਸੀਂ ਦੇਖੋਗੇ ਦਰਾਰ ਆ ਗਈ ਔਰ 5-6 ਘਰਾਂ ਦੇ ਵਿੱਚ ਤਾਂ ਦੇਖੋ ਇਸ ਤਰੀਕੇ ਦਾ ਡੈਮੇਜ ਹੋ ਗਿਆ ਹੈ ਕਿ ਜੇਕਰ ਉਦੋਂ ਕੋਈ ਹੁੰਦਾ ਉੱਥੇ ਤਾਂ ਸਿੱਧਾ 60 ਫੀਟ ਥੱਲੇ ਚਲੇ ਜਾਣਾ ਸੀ। ਦੂਸਰੀ ਗੱਲ ਹੈ ਕਿ ਇਸ ਏਰੀਏ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਮਰਸ਼ੀਅਲ ਏਰੀਆ ਹੈ ਜੀ। ਤੁਸੀਂ ਸਾਰੇ ਦੇਖੋ ਇਹ ਪਾਰਕ ਹੈ, ਸਾਰੇ ਮਕਾਨ ਬਣੇ ਹੋਏ ਨੇ। ਇਹ ਕਿਸੇ ਵੀ ਕਾਨੂੰਨ ਦੇ ਤਹਿਤ ਇਸ ਮੁਲਕ ਦੇ ਵਿੱਚ ਐਸਾ ਕੋਈ ਕਾਨੂੰਨ ਨਹੀਂ ਹੈ ਜੋ ਕਹ ਸਕੇ ਕਿ ਇਹ ਕਮਰਸ਼ੀਅਲ ਏਰੀਆ ਹੈ। ਠੀਕ ਹੈ, ਮੇਨ ਸੜਕ ਹੈ, क्वींस रोड है, सड़क ਦੇ ਦੋਵੇਂ ਪਾਸੇ ਦੁਕਾਨਾਂ ਬਣ ਸਕਦੀਆਂ ਨੇ। ਦੁਕਾਨ ਬਣਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਆਮ ਤੌਰ ਤੇ ਸੜਕ ਦੇ ਕਿਨਾਰੇ ਦੁਕਾਨਾਂ ਹੁੰਦੀਆਂ ਨੇ, ਲੇਕਿਨ ਇਹ ਕੰਪਲੀਟਲੀ ਰੈਜ਼ੀਡੈਂਸ਼ੀਅਲ ਏਰੀਆ ਹੈ। ਇਸ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ 60 ਫੀਟ ਦਾ ਤੁਸੀਂ ਦੇਖੋਗੇ ਟ੍ਰੈਂਚ ਖੋਦ ਕੇ ਰੱਖਿਆ ਹੋਇਆ ਸੀ ਇਹਨਾਂ ਨੇ। ਮਕਸਦ ਇਹ ਸੀਗਾ ਕਿ ਇਹ ਸਾਰੇ ਮਕਾਨ ਥੱਲੇ ਚਲੇ ਜਾਣ ਤੇ ਬਾਅਦ ਦੇ ਵਿੱਚ ਇਹ ਸਾਰੀ ਜਿਹੜੀ ਜ਼ਮੀਨ ਹੈ, ਜੋ ਮਕਾਨਾਂ ਦੀ ਜਿਹੜੀ ਜ਼ਮੀਨ ਹੈ, ਪਲਾਟ ਹੈ, ਉਹ ਵੀ ਉਹ ਕਬਜ਼ੇ ਕਰ ਲੈਣਗੇ। ਇਹੀ ਮਕਸਦ ਸੀਗਾ ਜੀ, ਸਿਰਫ ਤੇ ਸਿਰਫ ਇਹੀ ਨਹੀਂ। ਸੈਕੰਡ ਚੀਜ਼ ਦੇਖੋ, ਸੈਕੰਡ ਚੀਜ਼ ਇਹਦੇ ਵਿੱਚ ਕੀ ਹੈ ਕਿ ਇਹ ਸਾਰਾ ਕੁਝ ਪੋਲੀਟੀਕਲ ਮਾਫੀਆ ਦੇ ਨਿਗਰਾਨੀ ਦੇ ਵਿੱਚ ਹੋਇਆ ਹੈ, ਉਹਨਾਂ ਦੇ ਸੰਰਖਣ ਦੇ ਵਿੱਚ ਹੋਇਆ ਹੈ। ਪਿਛਲੇ 10 ਸਾਲਾਂ ਦੇ ਵਿੱਚ ਜੋ ਸਰਕਾਰ ਰਹੀ ਹੈ, ਕਾਂਗਰਸ ਅਕਾਲੀ ਜਾਂ ਕਾਂਗਰਸ ਪਲੱਸ ਅਕਾਲੀ, ਇਹਨਾਂ ਨੇ ਸਾਰੇ ਲੀਡਰਾਂ ਨੇ ਸਾਰਾ ਕੁਝ ਮਿਲ ਕੇ ਕਰਾਇਆ ਹੈ। ਕਾਰਨ ਤੁਸੀਂ ਦੇਖੋਗੇ ਕਿ ਜਦੋਂ ਤੋਂ ਇਹ ਘਟਨਾ ਵਾਪਰੀ ਹੈ, ਨਾ ਤਾਂ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਆਇਆ ਹੈ, ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੈ। ਕੋਈ ਨਹੀਂ ਆਇਆ ਇੱਥੇ ਵੇਖਣ ਵਾਸਤੇ, ਕਿਉਂਕਿ ਸਾਰਿਆਂ ਦੀ ਇਹਦੇ ਵਿੱਚ ਮਿਲੀ ਭੁਗਤ ਸੀਗੀ, ਇਸ ਕਰਕੇ ਕੋਈ ਆ ਨਹੀਂ ਰਿਹਾ ਹੈ। ਹੋਇਆ ਕੀ ਹੈ, ਇਹ ਅੱਜ ਦੇਖੋ ਇਹ ਜਾ ਰਹੇ ਸੀਗੇ ਹਾਈ ਕੋਰਟ ਜਾ ਰਹੇ ਸੀ ਰੀਟ ਪਾਉਣ ਵਾਸਤੇ। ਮੈਂ ਉਸ ਟਾਈਮ ਵੀ ਆਇਆ, ਮੇਰੇ ਆਉਣ ਤੋਂ ਪਹਿਲਾਂ ਮੇਰੀ ਟੀਮ ਆ ਗਈ ਸੀਗੀ। ਫਿਰ ਮੈਂ ਰਾਤ ਦੇ ਟਾਈਮ ਦੁਬਾਰਾ ਆਇਆ। ਫਿਰ ਇੱਕ ਦਿਨ ਹੋਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਪਾਰਕ ਦੇ ਵਿੱਚ ਇਹ ਸਾਰੇ ਬੈਠੇ ਪਏ ਨੇ, ਤੇ ਮੈਂ ਫਿਰ ਆਇਆ ਤੇ ਦੇਖੋ ਇਹਨਾਂ ਦੀ ਜੋ ਹਾਲਤ ਹੈ ਉਹ ਬਹੁਤ ਹੀ ਖਰਾਬ ਹੈ। ਇਹਨਾਂ ਘਰਾਂ ਦੀ ਰਿਪੇਅਰ ਹੁਣ ਹੋ ਨਹੀਂ ਸਕਦੀ ਹੈ। ਤਾਂ ਦੋ ਇਹਦੇ ਵਿੱਚ ਐਸਪੈਕਟ ਨੇ। ਇੱਕ ਤਾਂ ਐਸਪੈਕਟ ਹੋ ਗਿਆ ਕਿ ਜੋ ਮਕਾਨ ਡੈਮੇਜ ਹੋਏ ਨੇ ਉਹ ਕੌਣ ਠੀਕ ਕਰਾਏਗਾ, ਕਿਉਂਕਿ ਉਹ ਰਿਪੇਅਰ ਉਹਦੇ ਵਿੱਚ ਨਹੀਂ ਹੋ ਸਕਦਾ। ਠੀਕ ਹੈ, ਉਹ ਨਵੇਂ ਸਿਰੇ ਬਣਾਉਣਾ ਪਊਗਾ। ਦੂਸਰਾ ਐਸਪੈਕਟ ਇਹ ਹੈ
ਕਿ ਉਹ ਅਨੁਮਤੀ ਕਿਸਨੇ ਦਿੱਤੀ 60 ਫੀਟ ਟ੍ਰੈਂਚ ਬਣਾਉਣ ਦੀ। ਕਾਗਜ਼ਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 60 ਫੀਟ ਦੀ ਥਾਂ ਉਹ ਚਲੋ 40 ਫੀਟ ਦੀ ਪਰਮਿਸ਼ਨ ਸੀਗੀ। 40 ਫੀਟ ਦਾ ਪਰਮਿਸ਼ਨ ਵੀ ਕੋਈ ਵੀ ਅਧਿਕਾਰੀ ਨਹੀਂ ਦੇ ਸਕਦਾ ਹੈ। ਇਹ ਕਾਨੂੰਨ ਨਹੀਂ ਹੈ ਕਿ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਤੁਸੀਂ ਬੇਸਮੈਂਟ ਬਣਾਉਣ ਵਾਸਤੇ 40 ਫੀਟ ਡੈਪਥ ਦਾ ਪਰਮਿਸ਼ਨ ਦਿਓ। ਇੱਥੇ ਬੇਸਮੈਂਟ ਬਣ ਹੀ ਨਹੀਂ ਸਕਦਾ ਹੈ। ਇਸ ਏਰੀਆ ਦੇ ਵਿੱਚ बेसमेंट बन नहीं सकता है। और वो भी 40 फीट का परमिशन जिन्होंने भी दिता है वो सरासर करप्शन है और माफिया परस्ती है, उस हिसाब के नाल दिता होया है। और मैनू दसिया गया कि 2019 ਦੇ ਵਿੱਚ दिता गया सी, लेकिन ये सारा कुछ होया है माफिया एडमिनिस्ट्रेशन ते पॉलिटिक्स दे उन्हां दे अलायंस दे नाल। एक बहुत ही इन्होंने एक वो बना लिया सी, एक अलायंस बनाया सी पहला जिस तरह चलता सी, तो उस दे तहत ये सारा काम होया है। लेकिन सब तो पहली गल है कि इन्हां नूं आज कोई पुछण वाला नहीं। मैं मानयोग चीफ मिनिस्टर साहब दे नाल गल कीती है और सानू पूरी उम्मीद है, सानू भरोसा दिलवाया है चीफ मिनिस्टर साहब ने कि इन्हां वास्ते सारा कुछ वो किया जाऊगा। और सैकेंड चीज़ देखो, एक जो FIR होया वो भी FIR मैं दर्ज करवाया। जो मैं आया सी तो 12 बजे तक FIR नहीं होया सी। पुलिस भी इत्थे खड़ी सी। पुलिस ने यह कहा कि कारपोरेशन वालियां नूं असीं बुला के थक गए तो कारपोरेशन का कोई आया नहीं। रेस्क्यू वास्ते जरूर आना चाहिए सी। कारपोरेशन की टीम होवे जां डिजास्टर मैनेजमेंट टीम होवे, रेस्क्यू वास्ते टीम आनी चाहिए सी। कोई भी टीम इत्थे नहीं आई जी, देर रात तक नहीं आई, अगले दिन तक भी कोई नहीं आया। एक होर इंपॉर्टेंट एस्पैक्ट है कि जो ये कह रहे हैं कि असीं हाई कोर्ट जावांगे, ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਇਹ ਹਾਈ ਕੋਰਟ ਜਾਣਗੇ ਤਾਂ ਦੂਸਰੀ ਪਾਰਟੀ ਦੇਖੋ ਜ਼ਿਆਦਾ ਜ਼ਬਰਦਸਤ ਹੈ ਕਾਨੂੰਨੀ ਲੜਾਈ ਦੇ ਵਿੱਚ, ਤੇ ਕਾਨੂੰਨ ਦੇ ਚੱਕਰ ਦੇ ਵਿੱਚ ਪੈ ਜਾਣਗੇ। ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ, ਇਸ ਮਸਲੇ ਨੂੰ ਐਡਮਿਨਿਸਟ੍ਰੇਟਿਵ ਤੌਰ ਤੇ ਡੀਲ ਕਰਨਾ ਹੈ, ਕਾਨੂੰਨੀ ਤੌਰ ਤੇ ਡੀਲ ਨਹੀਂ ਕਰਨਾ ਹੈ। ਦੂਸਰੀ ਚੀਜ਼ ਹੈ ਕਿ ਜੋ ਇਨਕੁਆਇਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮਾਰ ਕੀਤੀ ਗਈ ਉਹਦੇ ਬਾਰੇ ਵੀ ਇਹਨਾਂ ਦਾ ਇਹ ਕਹਿਣਾ ਹੈ ਕਿ ਇਨਕੁਆਇਰੀ ਅਫਸਰ बहुत ही सॉफ्ट ने, तो जो माफिया वाले दे विच लगे हुए ने उन्होंने काफ़ी नज़दीकी ने जी। मैं स्पष्ट बोलना चाहूँगा, इन्हें किसी ने भी तुसी पूछ लो। उस रात ये सारे रो रहे थे कि जिस अफसर ने इंक्वायरी दी गई है वो अफसर उस व्यक्ति के बुलाने ते इत्थे आया है। ठीक है, अपने आप देखो कोई आया ही नहीं है। एडमिनिस्ट्रेशन का कोई भी अधिकारी, कॉरपोरेशन का कोई भी अधिकारी, डिजास्टर मैनेजमेंट का कोई मतलब अधिकारी जहाँ कोई टीम इत्थे नहीं आई। क्यों? जिन्हां हालातां दे विच इन्हां दी जिंदगी वीरवार तो लेके आज मंगलवार हो गया, इन्हां दी जिंदगी गुजर रही है, कोई पुछण वाला नहीं। लेकिन इस चीज़ नूं असीं बतौर MLA जो मेरा फर्ज बनता है, क्योंकि ये सारे मेरे वोटर ने जी, इहदे उत्ते कोई राजनीति नहीं करनी है। मैं पहला ही कह दिता सी कि राजनीति नहीं करनी है, लेकिन इन्हां नूं कंपनसेशन तुरंत मिलना चाहिए है। और कंपनसेशन भी देखो, मकान नवें सिरियों बनाउणा और उदों तक रहणगे कित्थे, सारा अरेंजमेंट करना। इस तो अलावा जिन्होंने गलती की है वो गलती नहीं है, वो गलती तो देखो बहुत बड़ी साजिश सीगी कि ये सारे एरिए नूं कमर्शियल बना लेना सी। तुसी देखो माल रोड टोटल कमर्शियल बन गया, ग्रीन एवेन्यू कमर्शियल बन रहा है। जो अमृतसर सिफ्ती का घर हुंदा सी, अमृतसर नूं स्लम्स दे विच तब्दील करा दिता गया इलीगल कंस्ट्रक्शन करके जी। तो यह सारा एरिया जिहड़ा सीगा, इस एरिए नूं समेत पार्क कमर्शियल बनाउण दा इन्हां ने एक तरीका लभ लिया सी कि एक ट्रेंच खोद के छड़ दो। आज भी जेकर मीह पै जाती है तो ये सारा एरिया, ये सारे मकान अंदर चले जाएंगे। आज भी जेकर आधे घंटे वास्ते मीह पै जाती है तो ये सारा एरिया अंदर जाएगा। उस तो बाद इन्हां वास्ते होर कोई उपाय नहीं है, इन्होंने आधी कीमत पे बेच के चले जाना है। लेकिन ये सारा कुछ हुण नहीं चलना है। हुण आम आदमी पार्टी की सरकार आ गई है जी, और जो नुकसान हो गया वो हो गया और उसकी भरपाई भी होगी। और जो मुआवजा इन्हों मिलना चाहिए है वो मुआवजे वास्ते असी लड़ाई लड़ांगे। और ये लड़ाई इन्हों की नहीं है, मेरी लड़ाई है। इन्होंने मैनू MLA बनाया है, ये लड़ाई मेरी लड़ाई जी आई वास है जी। मैं पहला ही कहा कि जिस अधिकारी को इंक्वायरी मार की गई है, इन्हों के शब्दों दे विच दैट ऑफिसर इज वर्किंग लाइक ए डोमेस्टिक सर्वेंट ऑफ दैट बिल्डर जी। इन्हों के शब्दों के विच, ठीक है कि नहीं, कि आप तो कोई आया नहीं, लेकिन वो आके इन्हों धमका गया कि हाँ जी तुसी राजीनामा कर लो, तो आपे फोन करके बुला लिया। ये वर्सन दे सकते हैं कि असी इंक्वायरी वास्ते आए सी, लेकिन उस बंदे ने इन्हों बुलाया तो वो सारे भज के आ गए जी। और कॉरपोरेशन के लोग भी उदों आए जो वो बंदा इत्थे आ गया जी।
मैं उसे दिन राति भी दोबारा आया इतने देख के गया सारा कुछ इन्होंने मैंने उन्होंने दस दिता। देखो केस तो रजिस्टर हो गया लेकिन जो ਉਹਦੇ ਵਿੱਚ मैं देखा रात ਨੂੰ 12 ਵਜੇ तक मुकदमा दर्ज नहीं होया सी। पुलिस इतने सी मैं पुलिस ਨੂੰ ਪੁੱਛਿਆ कि हाँ जी मुकदमा तो उन्होंने पता भी नहीं सी कि मुकदमा भी दर्ज करना है। मैं कारपोरेशन की टीम डिजास्टर की टीम उन्होंने पुलिस ने यही कहा कि देखो असी सारिਆਂ ਨੂੰ इन्फॉर्मेशन दी लेकिन कोई आया नहीं। तो फिर इन्होंने कहा कि देखो मुकदमा तो दर्ज होना चाहिए है। तो जो मुकदमा बंदा सी उन्होंने किया ये कह रहे हैं कि ये सारे अवेलेबल ऑफेंसेज ने लेकिन चलो पुलिस की अपनी कार्रवाई होंगी है जिस तरीके की कार्रवाई और जो कानून इजाजत दिंदा है। मैं नहीं कर सकता हाँ बतौर MLA कि तुसीं इहदे विच अवेलेबल लगाओ नॉन अवेलेबल लगाओ। जो कानूनन जो कार्रवाई बनती है जेकर कोई कमी रह गई है तो वो कमी पूरी की जाए जी। लेकिन मतलब मैं कोई ਇਹਦੇ ਵਿੱਚ डिकटेट नहीं करांगा ना ही कोई मैं ਇਹਦੇ ਵਿੱਚ राजनीति करनी है। लेकिन इन्हां दी जिहड़ी लड़ाई है वो लड़ाई असीं लड़ांगे और जो इंक्वायरी हो रही है उस इंक्वायरी ते इन्हां नूं कोई भरोसा नहीं। सीधी सी गल है कारण ये है देखो मेन डिमांड तो यह है कि इस तरीके दे नाल अमृतसर कॉरपोरेशन तो लेके लोकल बॉडी दे जो अधिकारी चंडीगढ़ बैठे हुए हैं जिन्हां ने इत्थे कंस्ट्रक्शन वास्ते इजाजत दी जिन्हां ने इत्थे बेसमेंट बनाने की इजाजत दी भावें वो 40 फीट का ही दिता हुआ वो नहीं दे सकते। उन्होंने खिलाफ सख्त तो सख्त कार्रवाई होनी चाहिए है। उन्होंने नौकरी तो सीधे बर्खास्त किया जाना चाहिए है। दूसरा जो इन्हों का डैमेज होया उसका डबल अमाउंट इन्होंने देना बनता है तां जो ये दूसरी थां ते जाके रेंट दे विच रह के इत्थे दोबारा कंस्ट्रक्शन करा सकन क्योंकि असीं नहीं चाहांगे कि ना यही चाहूँगे कि हाँ ये अपना मकान बेच के चले जान। नहीं देखो मैं सरकार का MLA हाँ जी मैं सारी चीज़ अपने मुख्यमंत्री साहब की नोटिस के विच लियांदी हुई है और कार्रवाई चल रही है देखो और कार्रवाई होगी। लेकिन देखो आज इत्थे मैं 2 कैपेसिटी दे विच आया। एक कैपेसिटी मेरी निजी कैपेसिटी है दूसरी कैपेसिटी एक MLA की कैपेसिटी। ये सारे मेरे वोटर ने जो तो ये परेशान रहणगे तो मैं अपने घर दे विच नहीं सो सकता। ताही एक दिन लेट नाइट भी मैनू पता लग गया कि 1-1.5 महीने का एक बच्चा है तो वो छतरी बना के इन्होंने रखा हुआ से इधर मतलब सड़क के उत्ते छतरी नुमा बना के वो मैनू चंगा नहीं लग्या कि इस तरीके दे नाल मतलब कहने का मतलब कि देखो ह्यूमैनिटी की हत्या हुई है इतनी तो जानबूझ के किसी को मान लो इनकम करना है सुनो इनकम करना है पैसे कमाना है तो पैसे कमाने वास्ते दूसरिਆਂ ਦੀ ਤੁਸੀਂ ਜਾਨ नहीं ले सकते ਇਹਨਾਂ ਦੀ प्रॉपर्टी नहीं हड़प सकते। देखो जी मैं समझदा हाँ कि कारपोरेशन सीधे सीधे जिम्मेवार है ਇਹਦੇ ਵਿੱਚ कारपोरेशन ਦੇ कौन अधिकारी जिम्मेवार ने ये सारा कुछ तय करना है किसने सरकार ने तय करना है। और लोकल बॉडीज ਦੇ ਵਿੱਚ क्योंकि लोकल कारपोरेशन वाले ने कहा कि ये परमिशन चंडीगढ़ों इन्होंने मिली है ठीक है तो उत्थे भी जो अधिकारी जिम्मेवार ने उन्होंने खिलाफ कार्रवाई सख्त तो सख्त कार्रवाई होनी चाहिए है। कारण कि अमृतसर दे विच लुधियाना दे विच जलंधर दे विच पटियाला दे विच मोहाली दे विच तुसीं जाके देखो तो अनलॉफुल इलीगल कंस्ट्रक्शन बहुत ज़्यादा चल रहा है। उस दे नाल हुंदा की है कि आम जनजीवन अस्त व्यस्त हो जाता है लोगों की जिंदगी बर्बाद हो जाती है और जो शहर एक सुंदर शहर हुंदा है वो बदसूरत शहर हो जाता है। तो सिर्फ कमाई माफिया की तो कुछ अफसरां की तो कुछ लीडरां की इस कमाई वास्ते असी शहर की सुंदरता ते शहर के लोगों की जान जोखिम दे विच नहीं पा सकते। यही रणनीति के बारे देखो असी गल की है जी मैं यही कहा कि इस क्योंकि असी आए ही सी कि माफिया का जो त्रिकोण बनया होया सी ना पॉलिटिशियनां दे नाल ते अफसरां दे नाल इस त्रिकोण नूं तोड़ना बहुत जरूरी है। तो मैं मानयोग चीफ मिनिस्टर साहब के नाल यही बेनती की है कि इस त्रिकोण को हमेशा वास्ते तोड़ दो तां जो इस तरह का नैक्सस दोबारा ना बन सके। जेकर असी देखो तुसी आपे रास्ता ना दिखाओ बाद दे विच दिखाओना मैनू पूरी उम्मीद है कि सारा कुछ होना है तो जदों स्टैप बाय देखो जेकर दी गल ही ना करो तुसी पहला पॉजिटिविटी सकारात्मक रूप रखना चाहिए है कि जो इन्हां दा ड्यू है जो इन्हां दा डैमेज होया है उसकी भरपाई होनी चाहिए है। नहीं हुंदा है उन्हां परिस्थितियों दे विच जो कुछ भी संभव है वो असीं हर कुछ करना है। सर ਇਹਦੇ ਨਾਲ ਹੀ ਇੱਕ ਜੁੜਿਆ ਮਾਮਲਾ ਬਿਲਕੁਲ ਨੇੜੇ ਉਹ ਵੀ ਤੁਹਾਡੇ ਹਲਕੇ ਦੇ ਵਿੱਚ ਹੀ ਆਉਂਦਾ ਸਰਕਟ ਹਾਊਸ ਨੂੰ ਹੀ ਖਤਮ ਕਰ ਦਿੱਤਾ ਗਿਆ ਇਹ ਵੀ ਮੇਰੇ ਖਿਆਲ ਵਿੱਚ ਪਹਿਲੀ ਵਾਰ ਹੋਇਆ ਹੈ। देखो
पूरे इलैक्शन ਦੇ ਦੌਰਾਨ ਮੈਂ ਸਰਕਿਟ ਹਾਊਸ ਨੂੰ ਇੱਕ ਮੁੱਦਾ ਬਣਾਇਆ ਸੀ। ਠੀਕ ਹੈ, ਮੈਂ ਆਪਣੇ ਸਾਰੇ ਵੋਟਰਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਜਾ ਕੇ ਇੱਕ ਵਾਰ ਤੁਸੀਂ ਸਰਕਿਟ ਹਾਊਸ ਦੇਖ ਕੇ ਆਓ ਕਿ ਉਹ ਸਰਕਿਟ ਹਾਊਸ ਦੇ ਵਿੱਚ 5 ਸਿਤਾਰਾ ਹੋਟਲ ਬਣ ਰਿਹਾ ਹੈ। ਬਣਵਾ ਕੌਣ ਰਿਹਾ ਹੈ ਤੇ ਇਹਦੀ ਲੋੜ ਕੀ ਸੀਗੀ, ਵੇਚਿਆ ਕਿਸਨੇ ਹੈ ਤੇ ਖਰੀਦਿਆ ਕਿਸਨੇ ਹੈ। ਪੋਲੀਟੀਕਲ ਮਾਫੀਆ ਨੇ ਵੇਚ ਦਿੱਤਾ ਤੇ ਪੋਲੀਟੀਕਲ ਮਾਫੀਆ ਨੇ ਖਰੀਦ ਲਿਆ ਜੀ। ਇਹਦੀ ਲੋੜ ਨਹੀਂ ਸੀ। ਡੈਮੋਕ੍ਰੇਸੀ ਦੇ ਵਿੱਚ ਸਰਕਿਟ ਹਾਊਸ ਡੈਮੋਕ੍ਰੇਸੀ ਦਾ ਦੇਖੋ ਪ੍ਰਤੀਕ ਹੁੰਦਾ ਹੈ, ਇੱਕ ਸਿੰਬਲ ਹੁੰਦਾ ਹੈ। ਕੋਈ ਵੀ ਅਫਸਰ, ਕੋਈ ਵੀ ਲੀਡਰ ਜਾਂ ਕੋਈ ਵੀ ਵਿਅਕਤੀ ਜਦੋਂ ਬਾਹਰੋਂ ਆਉਂਦੇ ਨੇ ਜਾਂ ਡਿਊਟੀ ਤੇ ਹੁੰਦੇ ਨੇ ਤਾਂ ਉੱਥੇ ਮੀਟਿੰਗ ਹੁੰਦੀ ਹੈ, ਉੱਥੇ ਕੋਈ ਸਟੇ ਕਰ ਸਕਦਾ ਹੈ। ਇਸ ਕੰਮ ਵਾਸਤੇ ਸੀਗਾ ਤੇ ਇੱਥੇ 5 ਸਿਤਾਰਾ ਹੋਟਲ ਬਣਾਉਣ ਦੀ ਕੋਈ ਲੋੜ ਨਹੀਂ ਸੀਗੀ। ਲੇਕਿਨ ਇਹ ਸਾਰਾ ਕੁਝ ਪੋਲੀਟੀਕਲ ਮਾਫੀਆ ਨੇ ਕੀਤਾ। ਆਪੇ ਵੇਚ ਦੋ ਤੇ ਆਪੇ ਖਰੀਦ ਦੋ। ਸਰਕਾਰੀ ਤੌਰ ਤੇ ਵੇਚਦੇ ਨੇ, ਨਿੱਜੀ ਤੌਰ ਤੇ ਖਰੀਦਦੇ ਨੇ। ਇਸ ਤੋਂ ਪਹਿਲਾਂ ਵੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੀ ਜ਼ਮੀਨ ਵੇਚ ਦਿੱਤੀ ਗਈ। ਲੀਡਰਾਂ ਨੇ ਮੈਂਟਲ ਰਿਸਰਚ ਇੰਸਟੀਚਿਊਟ ਦੀ ਜ਼ਮੀਨ ਵੇਚ ਕੇ ਉੱਥੇ ਆਪਣੇ ਵਾਸਤੇ ਮਾਲ ਬਣਾ ਲਿਆ, ਜਿਹਦਾ ਨਾਂ ਅੱਜ ਟ੍ਰਿਲੀਅਮ ਮਾਲ ਪਿਆ ਹੈ ਤੇ ਇੱਕ 5 ਸਿਤਾਰਾ ਹੋਟਲ ਵੀ ਉੱਥੇ ਬਣ ਗਿਆ ਜੀ, ਤਾਜ ਹੋਟਲ ਬਣ ਗਿਆ। ਇਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਸ਼ਹਿਰ ਵੇਚ ਦਿੱਤਾ ਜੀ। ਸਾਰੇ ਸ਼ਹਿਰ ਦੀ ਬਿਊਟੀ ਖਤਮ ਕੀਤੀ ਤੇ ਸਾਰਾ ਕੁਝ ਮਾਫੀਆ ਨੇ ਕੀਤਾ ਹੋਇਆ ਹੈ। ਰਹੀ ਸਰਕਿਟ ਹਾਊਸ ਦੀ ਗੱਲ, ਮੈਂ ਸਰਕਿਟ ਹਾਊਸ ਵਾਲੇ ਮੁੱਦੇ ਤੇ ਪੂਰੇ ਇਲੈਕਸ਼ਨ ਦੇ ਦੌਰਾਨ ਮੈਂ ਬੋਲਦਾ ਸੀ। ਹੁਣ ਚਲੋ ਜਦੋਂ ਵਿਧਾਨ ਸਭਾ ਦਾ ਸੈਸ਼ਨ ਆਏਗਾ, ਆਲਰੇਡੀ ਮੇਰੇ ਵੱਲੋਂ ਸਵਾਲ ਜਾ ਚੁੱਕਿਆ ਹੈ। ਉਸ ਮੁੱਦੇ ਦੇ ਉੱਤੇ ਸਵਾਲ ਜਾ ਚੁੱਕਿਆ ਹੈ। ਅਸੈਂਬਲੀ ਕੁਐਸਚਨ ਤੁਸੀਂ ਜਿਹਨੂੰ ਕਹਿੰਦੇ ਹੋ, ਤੇ ਮੇਰੀ ਗੱਲਬਾਤ ਵੀ ਚੱਲ ਰਹੀ ਹੈ ਸਰਕਾਰ ਦੇ ਮਤਲਬ ਅਧਿਕਾਰੀਆਂ ਦੇ ਨਾਲ ਵੀ ਤੇ ਮੰਤਰੀ ਸਾਹਿਬਾਨ ਦੇ ਨਾਲ ਵੀ ਕਿ ਕੰਸਟਰਕਸ਼ਨ ਨੂੰ ਤੁਰੰਤ ਰੋਕ ਦਿੱਤਾ ਜਾਵੇ ਤੇ ਮਾਫੀਆ ਨੂੰ ਪਹਿਲਾਂ ਅੰਦਰ ਕਰਨਾ ਜ਼ਰੂਰੀ ਹੈ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਮਾਫੀਆ ਨੇ ਇਸ ਸਰਕਿਟ ਹਾਊਸ ਨੂੰ ਪਰਚੇਜ ਕੀਤਾ। ਔਰ ਉਹ ਵੀ ਫਾਈਲ ਕਿਸੇ ਵੀ ਥਾਂ ਤੇ ਨਹੀਂ ਮਿਲ ਰਹੀ ਹੈ ਜੀ। ਫਾਈਲ ਕਿਸੇ ਵੀ ਥਾਂ ਤੇ ਅੱਜ ਨਹੀਂ ਮਿਲ ਰਹੀ ਹੈ। ਇਸ ਦੇ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ। ਦੇਖੋ FIR ਦੇਖੋ ਇਹ ਸਰਕਾਰ ਦਾ ਕੰਮ ਹੈ। ਦੇਖੋ ਬਤੌਰ MLA ਮੈਂ ਨਹੀਂ ਕਰ ਸਕਦਾ ਹਾਂ, ਮੇਰੀ ਗੱਲ ਸੁਣੋ। ਬਤੌਰ MLA ਜੋ ਮੇਰਾ ਰੋਲ ਹੁੰਦਾ ਹੈ ਜੀ, ਜੋ ਚੀਜ਼ ਹੈ ਉਸ ਚੀਜ਼ ਦਾ ਪਰਦਾਫਾਸ਼ ਕਰਨਾ ਮੇਰਾ ਰੋਲ ਹੈ। ਜੋ ਗੜਬੜੀ ਚਲਦੀ ਆ ਰਹੀ ਹੈ ਉਸ ਦਾ ਮੈਂ ਪਰਦਾਫਾਸ਼ ਕਰਾਂਗਾ। मतलब पॉलिसी मेकिंग मेरा रोल नहीं है, ठीक है कि नहीं। डिसीजन मेकिंग मेरा रोल नहीं है। जो चीज़ जिस तरीके दी है उस चीज़ ਨੂੰ ਉਸੇ ਰੂਪ ਦੇ ਵਿੱਚ ਪੇਸ਼ ਕਰਨਾ ਸਰਕਾਰ ਦੇ ਸਾਹਮਣੇ ਵਿਧਾਨ ਸਭਾ ਦੇ ਵਿੱਚ, ਇਹ ਮੇਰਾ ਰੋਲ ਹੈ। ਔਰ ਜਨਤਾ ਤੇ ਸਰਕਾਰ ਦੇ ਵਿੱਚ ਇੱਕ ਕੜੀ ਦਾ ਕੰਮ ਕਰਨਾ ਮੇਰਾ ਰੋਲ ਹੈ। ਉਸ ਰੋਲ ਨੂੰ ਮੈਂ ਬਖੂਬੀ ਨਿਭਾਉਂਗਾ। ਸਰ ਪੋਲੀਟੀਕਲ ਮਾਫੀਆ ਦੇ ਕਿਹੜੇ ਲੋਕ ਨੇ ਉਸ ਦੇ ਵਿੱਚ ਜਿਨ੍ਹਾਂ ਦਾ ਨਾਮ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਜਦੋਂ ਵਿਕਟ ਗਿਰਨੇ ਸ਼ੁਰੂ ਹੋ ਜਾਣਗੇ ਨਾ, ਫਿਰ ਤੁਹਾਨੂੰ ਤੁਰੰਤ ਪਤਾ ਲੱਗੇਗਾ। ਮਾਮਲਾ ਦੇ ਲੀਗਲ ਕੰਸੈਪਟ ਹੈ, ਕਾਰਵਾਈ ਹੋਣੀ ਚਾਹੀਦੀ ਹੈ ਸਾਹਮਣੇ, ਲੇਕਿਨ ਇਹਦੇ ਵਿੱਚ ਕਾਰ ਹੀ ਤੋਂ ਸਰਕਿਟ ਹਾਊਸ ਤੇ ਦੇਖੋ ਮੇਰੀ ਗੱਲ ਸੁਣੋ, ਸਰਕਿਟ ਹਾਊਸ ਦੇ ਮੁੱਦੇ ਦੇ ਉੱਤੇ ਅਸੀਂ ਬਾਅਦ ਦੇ ਵਿੱਚ ਇੱਕ ਵੱਖਰੇ ਤੌਰ ਤੇ ਅਸੀਂ ਕਰਨਾ ਹੈ। ਲੇਕਿਨ ਜੋ ਅੱਜ ਦਾ ਮੁੱਦਾ ਹੈ ਨਾ ਜੀ, ਇਹ ਹਿਊਮੈਨਿਟੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਮਨੁੱਖਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿ ਕਿਸੇ ਦੀ ਜਗ੍ਹਾ ਨੂੰ, ਕਿਸੇ ਦੇ ਪਲਾਟ ਨੂੰ, ਮਕਾਨ ਨੂੰ ਤੁਸੀਂ ਜ਼ਬਰਦਸਤੀ ਕੰਪੈਲ ਕਰੋ ਕਿ ਇਹ ਡਿਮੋਲਿਸ਼ ਹੋ ਜਾਵੇ। ਡਿਮੋਲਿਸ਼ ਕਰਨ ਤੋਂ ਬਾਅਦ ਹੜਪ ਲਓ, ਹੜਪ ਕੇ ਤੁਸੀਂ ਸਾਰੇ ਅੰਮ੍ਰਿਤਸਰ ਨੂੰ ਕਮਰਸ਼ੀਅਲ ਬਣਾ ਦਿਓ, ਲੋਕਾਂ ਨੂੰ ਭਜਾ ਦਿਓ ਅੰਮ੍ਰਿਤਸਰ। आज जेकर बारिश देखो, आज जेकर बारिश आउंदी है तो जिस थां ते ਅਸੀਂ ਬੈਠੇ ਹੋਏ ਹਾਂ वो थां भी थल्ले चले जाना है। ਸਰ ਇਸੇ ਮੁੱਦੇ ਦੇ ਸਵਾਲ ਹੈ, ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜੀ ਨਾਲ ਦੀ ਬਿਲਡਿੰਗ ਹੈ ਇਹਨਾਂ ਦੀ ਗ੍ਰੈਂਡ ਹੋਟਲ ਦੀ, ਉਹਨੂੰ ਟਰੈਕਟਰ ਦੇ ਨਾਲ ਜਿਹੜਾ ਵਾ ਉਹਦੀ ਜਿਹੜੀ ਹੈ ਬਿਲਡਿੰਗ ਨੂੰ ਜਿਹੜੀ ਜਰਜਰ ਹੈ ਦੇਖੋ ਉਹ ਵੀ ਜਾਂਚ ਦੇ ਵਿਸ਼ੇ ਵਿੱਚ ਆਏਗਾ। देखो जांच करेगा कौन जी, मेरी गल सुनो, ये जांच करेगा कौन? जो जांच करने वाले ने ਇਹਨਾਂ ਦੇ ਸ਼ਬਦਾਂ ਦੇ ਵਿੱਚ ਦੇ ਆਰ ਵਰਕਿੰਗ ਲਾਈਕ ਡੋਮੈਸਟਿਕ ਸਰਵੈਂਟਸ ਆਫ ਦਾ ਬਿਲਡਰ, ਠੀਕ ਹੈ ਕਿ ਨਹੀਂ। तो ਜਾਂਚ ਕੌਣ ਕਰੇਗਾ ਜੀ? ਜਾਂਚ ਸਿਰਫ ਜਾਂਚ ਇਸ ਕਰਕੇ ਹੋ ਰਹੀ ਹੈ ਕਿ ਬਸ ਤੁਸੀਂ ਪਰਦਾ ਉਹਦੇ ਉੱਤੇ ਪਾ ਦਿਓ, ਜੋ ਗੜਬੜੀ ਹੋਈ ਹੈ ਉਹਦੇ ਉੱਤੇ ਪਰਦਾ ਪਾਓ। ਨਹੀਂ ਤਾਂ ਅਫਸਰ ਤਾਂ ਆਉਂਦੇ ਹੀ, ਐਟਲੀਸਟ ਡਿਜ਼ਾਸਟਰ ਮੈਨੇਜਮੈਂਟ ਟੀਮ ਤਾਂ ਆਉਣੀ ਚਾਹੀਦੀ ਸੀ ਕਿ ਨਹੀਂ ਆਉਣੀ ਚਾਹੀਦੀ ਸੀ। ਇੰਨਾ ਵੱਡਾ ਤੁਸੀਂ ਦੇਖੋ ਹਾਦਸਾ ਹੋ ਗਿਆ, ਡਿਜ਼ਾਸਟਰ ਮੈਨੇਜਮੈਂਟ ਟੀਮ ਤੁਰੰਤ ਆਉਣੀ ਚਾਹੀਦੀ ਸੀ। ਕਾਰਪੋਰੇਸ਼ਨ ਦੇ ਅਫਸਰਾਂ ਨੇ ਆਉਣਾ ਚਾਹੀਦਾ ਸੀ, ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੂੰ ਇੱਥੇ ਆਉਣਾ ਚਾਹੀਦਾ ਸੀ। ਕੋਈ ਨਹੀਂ ਆਇਆ ਹੈ। ਇਸ ਦੇ ਨਾਲ ਤੁਹਾਨੂੰ ਸਿੱਧਾ ਸਿੱਧਾ ਪਤਾ ਲੱਗਣਾ ਚਾਹੀਦਾ ਹੈ ਕਿ ਦਾਲ ਦੇ ਵਿੱਚ ਕਾਲਾ ਹੈ ਜੀ। ਬਾਰਿਸ਼ਾਂ ਦਾ ਔਰ ਤੂਫਾਨ ਦਾ ਮੌਸਮ ਹੈ ਅੱਗੇ ਨੈਕਸਟ, ਅਗਰ ਕੱਲ ਨੂੰ ਕੋਈ ਵੀ ਘਟਨਾ ਵਾਪਰਦੀ, ਕਿਉਂਕਿ ਦੁਬਾਰਾ ਵੀ ਪਿੱਛੇ ਚਾਹੇ ਹੋਟਲ ਦੀ ਹੈ ਜਾਂ ਕੁਝ ਹੁਣ ਡੈਮੇਜ ਵੀ ਹੋਇਆ, ਅਗਰ ਕੁਝ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੋਏਗਾ ਜੀ? ਅਗਰ ਮੌਕੇ ਦੀ ਹਾਲਾਤ ਦੇਖੀ ਜਾਵੇ ਤੇ ਇਹਨੂੰ ਸੇਫਟੀ ਪ੍ਰੀਕਾਸ਼ਨਸ ਕੀ ਹੈਗੇ ਆ? ਦੇਖੋ ਮੈਂ ਸਾਰਾ ਕੁਝ ਬੋਲ ਦਿੱਤਾ ਜੀ, ਮੈਂ ਸਾਰਾ ਕੁਝ ਬੋਲ ਦਿੱਤਾ, ਤੁਸੀਂ ਵੀ ਅੰਦਰ ਜਾ ਕੇ ਦੇਖ ਚੁੱਕੇ ਹੋ। ਮੈਂ ਤਾਂ ਜੀ ਤਕਰੀਬਨ ਜਦੋਂ ਤੋਂ ਵੀਰਵਾਰ ਤੋਂ ਇਹ ਘਟਨਾ ਵਾਪਰੀ ਹੈ, ਮੈਂ ਹਮੇਸ਼ਾ ਇਹਨਾਂ ਦੇ ਟੱਚ ਦੇ ਵਿੱਚ ਹਾਂ, ਮੈਂ ਇਹਨਾਂ ਦੇ ਕੋਲ ਆਉਂਦਾ ਹਾਂ, ਸਾਰਾ ਕੁਝ ਦੇਖ ਕੇ ਜਾਂਦਾ ਹਾਂ। ਇਹ ਮੇਰਾ ਫਰਜ਼ ਬਣਦਾ ਹੈ ਜੀ। ਤੇ ਜੋ ਅਗਰ ਵਾਲੀ ਜਿਹੜੀ ਗੱਲ ਹੈ ਨਾ, ਇਫਸ ਐਂਡ ਬਟਸ ਦੇ ਵਿੱਚ ਅਸੀਂ ਨਹੀਂ ਜਾਵਾਂਗੇ।
ਤੁਸੀਂ ਮੈਂ ਇਹੀ ਕਹਾਂ ਕਿ ਆਗੇ ਆਗੇ ਦੇਖੀਏ ਹੋਤਾ ਹੈ। ਮੈਂ ਦੇਖੋ ਉਦੋਂ ਹੀ ਕਿਹਾ ਸੀ, ਲੇਕਿਨ ਮੈਂ ਪੁਲਿਸ ਨੂੰ ਕੰਪੈਲ ਤਾਂ ਨਹੀਂ ਕਰ ਸਕਦਾ ਹਾਂ ਨਾ, ਮੈਂ ਸਿਰਫ ਸੁਝਾਅ ਦੇ ਸਕਦਾ ਹਾਂ, ਉਹ ਵੀ ਕਾਨੂੰਨੀ ਤੌਰ ਤੇ ਅਸੀਂ ਵੇਖਾਂਗੇ। ਮੈਂ ਕਿਹਾ ਸੀ ਕਿ ਇੰਡੇਂਜਰਿੰਗ ਹਿਊਮਨ ਲਾਈਫ ਇਸ ਚੀਜ਼ ਦਾ ਵੀ ਤੁਸੀਂ ਕੋਈ ਨਾ ਕੋਈ ਦੇਖ ਲਓ ਕਿ ਕੀ ਬੰਦਾ ਹੈ। ਠੀਕ ਹੈ, ਮੈਂ ਪੁਲਿਸ ਅਫਸਰ ਸੀਗਾ, ਮੈਂ ਵਕੀਲ ਵੀ ਹਾਂ, ਲੇਕਿਨ ਮੈਂ ਡਿਕਟੇਟ ਨਹੀਂ ਕਰ ਸਕਦਾ। ਕਾਰਨ ਕਿ ਪਿਛਲੇ 20 ਸਾਲਾਂ ਤੋਂ ਪੁਲਿਸ ਨੂੰ ਪੋਲੀਟੀਕਲ ਮਾਫੀਆ ਨੇ ਚਲਾਇਆ ਹੈ, ਲੀਡਰਾਂ ਨੇ ਚਲਾਇਆ ਹੈ। ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ। ਮੈਨੂੰ ਤਾਂ ਪਤਾ ਵੀ ਨਹੀਂ ਹੋगा कि हाँ इतने SHO कौन है, इतने चौकी इंचार्ज कौन है, ना मैं जानना चाहता हूँ। लेकिन अकाउंटेबिलिटी 100% होनी चाहिए। मैनू नहीं मतलब है कि कौन इतने SHO है, लेकिन पुलिस की अकाउंटेबिलिटी पूरी होनी चाहिए। ठीक है, तो जो इंडेंजरिंग ह्यूमन लाइफ ये जो सैक्शन बनता है ये जरूर लगना चाहिए है, और वो भी इंटेंशनली, नोइंगली एंड इंटेंशनली। जो बहुत बड़े बड़े लोग जो सोचते सी ना जी, जो सोचते सी कि उन्होंने बगैर ना पंजाब की राजनीति चल सकती है, ना पंजाब की सरकार चल सकती है, उन्होंने लोगों को परमात्मा ने तो लोगों ने घरे बिठा दिता जी। तो इस करके तुसी चिंता ना करो, वो हरेक लोग जो राजनीति करनगे, जो गलत मतलब ये सारा कुछ जिन्होंने गलती की है, जानबूझ के गलती की है, एक अनजाने दे विच गलती हो जाती है, वो बखरी गल होती है। और जानबूझ के जो गलती होती है ना जी, थोड़े से पैसे वास्ते, वो ना परमात्मा ने माफ़ करना है, ना लोगों ने माफ़ करना है, ना इस मुल्क के कानून ने माफ़ करना है। ये हैरानी वाली गल है जी, मैं बार बार यही बोल रहे हैं कि देखो वीरवार की घटना है, तो आज मंगलवार, वीरवार तो बाद देखो शुक्रवार, शनिचरवार, एतवार, सोमवार, आज मंगलवार हो गया। जो मैडम बोल रहे हैं यही चीज़ मैं कह रहा सी कि डिजास्टर मैनेजमेंट की टीम इतने आनी चाहिए सी। जो सामान या जो चीज़ का बचाव हो सकता है उसका बचाव कर लेना चाहिए है। ठीक है कि नहीं? यही चीज़ ये भी कह रहे हैं, यही चीज़ मैं कह रहे हैं कि देखो ये बहुत ही हैरानी वाली गल है कि प्रशासन कितने सुता पिया है, प्रशासन कितने सुता पिया है कि अज तक डिजास्टर मैनेजमेंट की टीम इतने नहीं है। खबर लग रही ने, असी सारिया बोल रहे हाँ, इनकुआरी मार्क हो रही है जी, और बिल्डर के बुलाउण दे उत्ते, माफिया के बुलाउण दे उत्ते इनकुआरी अफसर भी आ जाता है, कारपोरेशन की टीम भी आ जाती है, लेकिन जिन्हों की जिम्मेवारी है डिजास्टर मैनेजमेंट करन दी, वो लोग नहीं आ रहे हैं, उन्होंने टीम नहीं आ रही। सर ਤੁਸੀਂ ਆਪ ਕਹਿ ਰਹੇ ਹੋ ਕਿ वन बाय वन के अधिकारी आ जाते हैं, फिर कितने ढीला जी सरकार ਤੁਹਾਡੀ समझ नहीं आती क्यों इंसाफ मिलेगा, चिंता ना करो। सर एक्सक्यूज मी, सर एक्सक्यूज मी, सर डिजास्टर मिलते जा रहे हैं कि हमारी जो ज़मीन है वो कह रहा कम है, इनकी ज़मीन ग्रैंड हो चुकी है, जब्त कर लो। बड़े लोगों से थ्रेट मिले कि भी आप इस रेट पर दे दो, इस रेट पर दे दो। देखो मैंने पता लग गया कि थोड़ी दरखास्त गई सी, कई थावां ते गई सी, ठीक है कि नहीं, कार्रवाई नहीं हुई है। कारपोरेशन भी बोल रहे हैं उन्होंने अपना अलग वर्सन है, सारियां दा अपना अपना वर्सन है। कैमरा पर्सन मुकेश बावाना, सिकंदर पसरीचा, दैनिक सवेरा टीवी, अमृतसर। भारत के नंबर 1 तंत्रिक गुरु शानजी बंगाली गोल्ड मैडलिस्ट 64 शक्तियां दे माहिर बंगाल तो सिद्धि प्राप्त। हर जगह तो निराश ते मायूस होए भैन भरा एक बार जरूर फोन करो। हर समस्या दा हल घर बैठे फोन ते। माई प्रॉमिस 100% रिजल्ट। लव मैरिज, सौंकन दुश्मन तो छुटकारा, पति पत्नी च कलेश कीता कराया, विदेश यात्रा, नौकरी, कारोबार विच परेशानी, कोर्ट केस, रुस्से नूं मनाउणा होवे तां फोन करो। 101% समाधान पाओ। महावशीकरण ते महामुटकरनी दे सुपर स्पेशलिस्ट गुरु शानजी बंगाली। मोबाइल 99 586 35 478।